ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਐਗਜ਼ਾਮੀਨੇਸ਼ਨ ਹੈਲਡ ਕਰਵਾਏ ਜਾਂਦੇ ਨੇ, ਬਟ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਸਤੇ ਜਾਂ ਫਿਰ ਫੋਰਨ ਕੰਟਰੀ ਵਾਸਤੇ ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਕੇ ਵਾਸਤੇ ਇੱਕ ਸਭ ਤੋਂ ਜ਼ਿਆਦਾ ਪ੍ਰੈਫਰੇਬਲ ਜੋ ਟੈਸਟ ਹੈ ਆਇਲਸ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਸਭ ਤੋਂ ਜ਼ਿਆਦਾ ਹੈਲਡ ਕਰਵਾਇਆ ਜਾਂਦਾ ਹੈ। ਇਹ ਮਹੀਨੇ ਦੇ ਵਿੱਚ 4 ਟਾਈਮਸ ਤੇ ਇੱਕ ਈਅਰ ਦੇ ਵਿੱਚ 48 ਟਾਈਮਸ ਕਰਵਾਇਆ ਜਾਂਦਾ ਹੈ, ਜਿਹੜਾ ਕਿ IDP ਆਸਟ੍ਰੇਲੀਆ, ਬ੍ਰਿਟਿਸ਼ ਕਾਉਂਸਲ, ਕੈਂਬਰਿਜ ਅਸੈਸਮੈਂਟ ਇੰਗਲਿਸ਼ ਨੇ 1989 ਦੇ ਵਿੱਚ ਐਸਟੈਬਲਿਸ਼ ਕੀਤਾ ਸੀ। ਤੇ ਉਸ ਤੋਂ ਬਾਅਦ ਫੋਰਨ ਕੰਟਰੀਜ਼ ਦੇ ਵਿੱਚ ਜੋ ਟਰੈਵਲ ਕਰਨ ਦਾ ਟ੍ਰੈਂਡ ਹੈ ਉਹ ਬਹੁਤ ਬਣਿਆ ਹੋਇਆ ਹੈ। ਪਰ ਜਦੋਂ ਕਿਤੇ ਇਸ ਐਗਜ਼ਾਮੀਨੇਸ਼ਨ ਨੂੰ ਆਨਲਾਈਨ ਫਿਲ ਕਰਨ ਦੀ ਗੱਲ ਹੁੰਦੀ ਹੈ ਸਟੂਡੈਂਟਸ ਵਾਸਤੇ ਜਿਹੜੇ ਕਿ ਆਇਲਟਸ ਕਰ ਰਹੇ ਨੇ, ਉੱਥੇ ਬਹੁਤ ਸਾਰੇ ਡਿਫਿਕਲਟੀਜ਼ ਆਉਂਦੀਆਂ ਨੇ। ਤਾਂ ਅੱਜ ਇਸ ਵੀਡੀਓ ਦੇ ਥਰੂ ਤੁਸੀਂ ਲਰਨ ਕਰ ਸਕਦੇ ਹੋ ਕਿ ਆਇਲਟਸ ਐਗਜ਼ਾਮੀਨੇਸ਼ਨ ਕਿਵੇਂ ਫਿਲ ਕਰਨਾ ਹੈ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੀ ਪ੍ਰੋਸੈਸ ਹੁੰਦਾ ਹੈ, ਕਿਹੜੇ ਗਲਤੀਆਂ ਤੁਸੀਂ ਨਹੀਂ ਕਰਨੀਆਂ, ਉਹ ਇਸ ਵੀਡੀਓ ਦੇ ਵਿੱਚ ਦੱਸਾਂਗਾ। ਤਾਂ ਕਰਦੇ ਵੀਡੀਓ ਸਟਾਰਟ, ਲੈਟਸ ਗੈਟ ਸਟਾਰਟਡ। ਓਕੇ, ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੈਂ ਡੈਸਕਟਾਪ ਤੇ ਆ ਚੁੱਕਾ ਐਂਡ ਬੈਟਰ ਵਿਜ਼ੂਅਲ ਵਾਸਤੇ ਤੁਸੀਂ ਕੋਈ ਵੀ ਜੇਕਰ ਤੁਸੀਂ ਮੋਬਾਈਲ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹਨੂੰ ਹੋਰੀਜ਼ੋਨਟਲ ਕਰ ਸਕਦੇ ਹੋ। ਅਦਰਵਾਈਜ਼ ਜੇਕਰ ਤੁਸੀਂ ਕੰਪਿਊਟਰ ਯੂਜ਼ ਕਰ ਰਹੇ ਹੋ ਤਾਂ ਕੋਈ ਚੱਕਰ ਤੁਹਾਨੂੰ ਐਵੇਂ ਹੀ ਸਿੰਪਲ ਦਿਖ ਜਾਏਗਾ। ਦੈਨ ਸਭ ਤੋਂ ਪਹਿਲਾਂ ਮੈਂ ਜਾਵਾਂਗਾ ਜੀ ਕ੍ਰੋਮ ਬਰਾਊਜ਼ਰ ਦੇ ਵਿੱਚ। ਮੈਂ ਰეკਮੈਂਡ ਕ੍ਰੋਮ ਬਰਾਊਜ਼ਰ ਕਰਾਂਗਾ। ਜੇਕਰ ਤੁਸੀਂ ਕੋਈ ਹੋਰ ਯੂਜ਼ ਕਰ ਰਹੇ ਹੋ ਤਾਂ ਕੋਈ ਚੱਕਰ ਨਹੀਂ ਹੈਗਾ। ਦੈਨ ਬਾਹਰ ਤੇ ਜਾ ਕੇ ਬੁੱਕ ਆਇਲਟਸ ਐਗਜ਼ਾਮੀਨੇਸ਼ਨ ਜੋ ਹੈ ਜੀ ਮੇਰੇ ਪਹਿਲਾਂ ਫਿਲ ਹੋਇਆ ਹੋਇਆ ਹੈ, ਦੈਨ ਉਹ 'ਤੇ ਮੈਂ ਕਲਿੱਕ ਕਰਾਂਗਾ, ਐਂਟਰ ਦਬਾਂਗਾ। ਨੈਕਸਟ ਜੋ ਫਸਟ ਵਾਲੀ ਵੈਬਸਾਈਟ ਆਏਗੀ ਜੀ ਐਡ ਵਾਲੀ, ਸਪੈਸੀਫਿਕਲੀ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਇਹਦੇ 'ਤੇ ਜਾਓ ਇਹਦੇ 'ਤੇ ਜਾਓ, ਤੁਸੀਂ ਐਡ ਵਾਲੇ 'ਤੇ ਜਾ ਸਕਦੇ ਹੋ। ਦੈਨ ਜੇਕਰ ਮੈਨੂੰ ਵਿਜ਼ਿਟ ਕਰਾਂ, ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ। ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਤੇ ਜਿਵੇਂ ਕਿ ਸਾਰੇ ਅਪਡੇਸ਼ਨ ਹੁੰਦੇ ਨੇ, ਹਰੇਕ ਤਰ੍ਹਾਂ ਦੇ ਅਪਡੇਸ਼ਨ ਇਸ ਵੈਬਸਾਈਟ ਤੇ ਉਹ ਕਰਦੇ ਨੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਸੀਕੁਐਂਸ ਹੈ ਆਇਲਟਸ ਦਾ, ਹੁਣ ਰਾਈਟਿੰਗ, ਲਿਸਨਿੰਗ ਐਂਡ ਰੀਡਿੰਗ ਹੋ ਚੁੱਕਿਆ ਹੈ। ਅਦਰਵਾਈਜ਼ ਪਹਿਲਾਂ ਕੀ ਸੀਗਾ, ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ ਹੁੰਦਾ ਸੀ, ਜਿਹੜਾ ਕਿ ਹੁਣ ਕੰਪਲੀਟਲੀ ਚੇਂਜ ਹੋ ਗਿਆ 25 ਜੂਨ 2022 ਤੋਂ ਇਹ ਇੰਟਰਫੇਸ ਹੀ ਸਾਰਾ ਇਸ ਚੀਜ਼ ਦਾ ਤੁਸੀਂ ਥੱਲੇ ਜਾ ਕੇ ਦੇਖ ਸਕਦੇ ਹੋ ਕਿ ਕਿਹੜੇ ਸਿਟੀਜ਼ ਦੇ ਵਿੱਚ ਹੁੰਦਾ ਹੈ, ਇੱਥੇ ਜਾ ਕੇ ਦੇਖ ਸਕਦੇ ਹੋ। ਦੈਨ ਜੋ ਇਹ ਵਾਲਾ ਸੈਕਸ਼ਨ ਹੈ, ਦਿਸ ਵਨ ਰਜਿਸਟ੍ਰੇਸ਼ਨ ਫॉर योर ਟੈਸਟ, ਇਹ ਇੰਪੋਰਟੈਂਟ ਹੈ ਜੀ। ਸਭ ਤੋਂ ਪਹਿਲਾਂ ਸਿਲੈਕਟ ਕਰੋਗੇ ਤਾਂ ਪੈਨ ਐਂਡ ਪੇਪਰ ਬੇਸਡ ਆਇਲਟਸ ਹੋਏਗਾ। ਮੋਸਟਲੀ ਸਟੂਡੈਂਟਸ ਪੈਨ ਐਂਡ ਪੇਪਰ ਬੇਸਡ ਹੁੰਦਾ ਹੈ, ਜਿਹੜਾ ਕਿ ਮੋਸਟਲੀ ਐਕਸੈਪਟੈਂਸ ਕੀਤਾ ਜਾਂਦਾ ਹੈ ਕੈਨੇਡਾ, ਆਸਟ੍ਰੇਲੀਆ, UK ਤੇ ਅਮਰੀਕਾ ਵਾਸਤੇ। ਦੈਨ ਉਸ ਤੋਂ ਬਾਅਦ ਟੈਸਟ ਮੋਡਿਊਲ ਹੈਗਾ ਜੀ। ਟੈਸਟ ਮੋਡਿਊਲ ਤੋਂ ਬਾਅਦ ਅਕੈਡਮਿਕ ਹੈ ਜਾਂ ਫਿਰ ਜਨਰਲ ਟ੍ਰੇਨਿੰਗ ਹੈ। ਅਕੈਡਮਿਕ ਤੁਸੀਂ ਆਪਦੀ ਗ੍ਰੈਜੂਏਸ਼ਨ ਤੋਂ ਬਾਅਦ ਐਂਡ +2 ਤੋਂ ਬਾਅਦ ਜਦੋਂ ਦੋਗੇ ਉਹ ਮੋਸਟਲੀ ਤੁਹਾਡਾ ਅਕੈਡਮਿਕ ਹੋਏਗਾ। ਦੈਨ ਇਹ ਸਿਲੈਕਟ ਕਰਨ ਤੋਂ ਬਾਅਦ ਐਂਡ ਸੈਕੰਡ ਵਨ ਸਿਲੈਕਟ ਕਰਨ ਤੋਂ ਬਾਅਦ ਤੁਹਾਡਾ ਫਿਰ ਹੈਗਾ ਸਿਲੈਕਟ ਸਿਟੀ। ਕੋਈ ਵੀ ਸਿਟੀ ਸਿਲੈਕਟ ਕਰ ਸਕਦੇ ਹੋ, ਜਿਵੇਂ ਕਿ ਬੇਸਿਕਲੀ ਮੈਂ ਚੰਡੀਗੜ੍ਹ ਸਿਲੈਕਟ ਕਰਾਂਗਾ। ਦੈਨ ਚੰਡੀਗੜ੍ਹ ਤੇ ਕਲਿੱਕ ਕਰਨਾ ਐਂਡ ਤੇ ਬੁੱਕ ਨਾਓ ਤੇ ਕਲਿੱਕ ਕਰ ਦੇਣਾ ਜੀ। ਪ੍ਰੋਸੈਸਿੰਗ ਤੋਂ ਬਾਅਦ ਇੱਕ ਤਰ੍ਹਾਂ ਦਾ ਹੋਰ ਇੰਟਰਫੇਸ ਆਏਗਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ 2 ਤਰ੍ਹਾਂ ਦੇ ਟੈਸਟਸ ਅਵੇਲੇਬਲ ਨੇ ਚੰਡੀਗੜ੍ਹ ਦੇ ਵਿੱਚ। ਪੈਨ ਐਂਡ ਪੇਪਰ ਆਪਾਂ ਪਹਿਲਾਂ ਫਿਲ ਕਰ ਚੁੱਕੇ ਹਾਂ, ਅਕੈਡਮਿਕ ਐਂਡ ਚੰਡੀਗੜ੍ਹ ਆਪਣੀ ਸਿਟੀ ਹੈ ਜੀ। ਉਸ ਤੋਂ ਬਾਅਦ ਦੇਖੋ 2 ਤਰ੍ਹਾਂ ਦੇ ਹੋਣਗੇ, ਪੇਪਰ ਬੇਸਡ ਆਇਲਟਸ ਐਂਡ ਆਇਲਟਸ ਔਨ ਕੰਪਿਊਟਰ। ਕੰਪਿਊਟਰ ਵਾਸਤੇ ਤੁਹਾਨੂੰ ਡੇਟ ਅਵੇਲੇਬਿਲਿਟੀ ਰਹੇਗੀ ਹਰ ਰੋਜ਼ ਦੇ ਦਿਨ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਰੇ ਗ੍ਰੀਨ ਕਲਰ ਦੇ ਜੋ ਇਹ ਟਿਕ ਮਾਰਕ ਕੀਤੇ ਹੋਏ ਨੇ, ਇਹ ਅਵੇਲੇਬਿਲਿਟੀ ਦੇ ਸਾਈਨਸ ਨੇ, ਠੀਕ ਹੈ ਜੀ। ਤੇ ਪੇਪਰ ਬੇਸਡ ਜੋ ਆਇਲਟਸ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ 19 ਡੇਟ ਹੈ ਜੋ ਉਹ ਸਿਲੈਕਟ ਕੀਤੀ ਗਈ ਹੈ ਤੇ ਅਵੇਲੇਬਲ ਦਿਖਾ ਰਿਹਾ ਹੈ, ਕਿਉਂਕਿ ਜੋ ਸਿਲੈਕਟ ਕੀਤੀ ਗਈ ਹੈ ਤਾਂ ਕਰਕੇ ਤੇ ਬਲੈਕ ਕਲਰ ਆ ਰਿਹਾ। ਇਹ ਸਿਲੈਕਟਡ ਦਾ ਹੁੰਦਾ ਜੀ ਬਲੈਕ, ਤੇ ਵਾਈਟ ਦਾ ਜਿਹੜਾ ਹੈਗਾ ਜੀ, ਵਾਈਟ ਦਾ ਉਹ ਨੋਟ ਅਵੇਲੇਬਲ ਨੇ। ਇਹ ਸਾਰੇ ਵਾਈਟਸ ਨੇ ਐਂਡ ਇਹ ਅਵੇਲੇਬਲ ਨਹੀਂ ਹੈਗੇ। ਦੈਨ ਜਿਹੜੇ ਫੁੱਲ ਨੇ ਉਹਦੀ ਫੁੱਲ ਦੀ ਰਿਕੁਆਇਰਮੈਂਟ ਜੇਕਰ ਹੋਈ ਤਾਂ ਇੱਥੇ ਉਹ ਵੀ ਸ਼ੋ ਕਰ ਜਾਏਗਾ ਇਹ ਕਲਰ ਦੇ ਹਿਸਾਬ ਨਾਲ। ਬਟ ਜਿਹੜੇ ਅਵੇਲੇਬਲ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦੇ ਵਿੱਚ, ਤੁਸੀਂ ਆ ਦੇਖ ਸਕਦੇ ਹੋ 26 ਤੇ ਮੈਂ ਕਲਿੱਕ ਕਰਾਂ, ਦੈਨ 19 ਜੋ ਡੇਟ ਹੋਏਗੀ ਉਹ ਅਵੇਲੇਬਲ ਰਹਿ ਜਾਏਗੀ। ਐਂਡ ਜੇਕਰ ਕੰਪਿਊਟਰ ਦੀ ਗੱਲ ਕਰਾਂ, ਆਇਲਟਸ ਔਨ ਕੰਪਿਊਟਰ, ਦੈਨ ਇਹ ਡੇਟਸ ਅਵੇਲੇਬਲ ਨੇ। ਜੇਕਰ 17 ਤੇ ਕਰਾਂ ਤਾਂ 16 ਅਵੇਲੇਬਲ ਮਤਲਬ ਕੀ ਹੈਗੀ ਹੈ ਐਂਡ 18 ਸਿਲੈਕਟਡ ਹੈ। ਤੇ ਉਸੇ ਤਰ੍ਹਾਂ ਜੇਕਰ ਮੈਂ ਚਲੋ 19 ਦਾ ਕਰਕੇ ਦੇਖਣਾ ਐਂਡ ਇੱਥੇ ਤੁਹਾਡੀ ਇਨਫੋਰਮੇਸ਼ਨ ਆ ਜਾਏਗੀ 19 ਨਵੰਬਰ 2022 ਅਕੈਡਮੀ ਦਾ ਟੈਸਟ ਹੋਏਗਾ, ਪੈਨ ਐਂਡ ਪੇਪਰ ਬੇਸਡ ਹੋਏਗਾ ਐਂਡ ਉਹਦੀ ਕੋਸਟ ਆ ਜਾਏਗੀ ਤਾਂ ਹੋਲ ਪੇਪਰ ਦੀ ਐਗਜ਼ਾਮੀਨੇਸ਼ਨ ਦੀ। ਦੈਨ ਤੁਸੀਂ ਕੀ ਕਰਨਾ ਕਿ ਬੁੱਕ ਨਾਓ ਤੇ ਕਲਿੱਕ ਕਰ ਦੇਣਾ। ਬੁੱਕ ਨਾਓ ਤੇ ਕਲਿੱਕ ਕਰੋਗੇ ਇੱਕ ਹੋਰ ਇੰਟਰਫੇਸ ਆਏਗਾ ਜਿਹਦੇ ਤੇ ਆਪਦੀ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ, ਜਿਹਦੇ ਤੇ ਉਹ ਆਪਦੀ ਕਿ ਤੁਹਾਡਾ ਟੈਸਟ ਜਦੋਂ ਅੱਗੇ ਹੋਵੇਗਾ
ਜੇ ਤੁਸੀਂ ਪੋਸਟਪੋਨ ਕਰੋਗੇ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੋਣਗੀਆਂ। ਜੇਕਰ ਤੁਸੀਂ ਉਸ ਟਾਈਮ ਤੇ ਨਹੀਂ ਰੀਚ ਹੁੰਦੇ ਜਾਂ ਫਿਰ ਤੁਸੀਂ ਨਹੀਂ ਟੈਸਟ ਦਿੰਦੇ, ਉਹਦੇ ਟਰਮਸ ਐਂਡ ਕੰਡੀਸ਼ਨ ਹੋਣਗੇ ਕਿ ਤੁਹਾਡਾ ਜੋ ਵੀ ਤੁਹਾਡੀ ਪੇਮੈਂਟ ਹੈ ਉਹ ਵਾਪਸ ਨਹੀਂ ਹੋਏਗੀ, ਉਸ ਦੇ ਟਰਮਸ ਐਂਡ ਕੰਡੀਸ਼ਨ ਹੋਣਗੀਆਂ। ਤੁਸੀਂ ਇਹ ਜ਼ਰੂਰ ਪੜ੍ਹ ਲੈਣੇ ਰੀਡ ਮੋਰ ਤੋਂ ਕਰਕੇ, ਠੀਕ ਹੈ ਜੀ। ਦੈਨ ਇਸ ਤੋਂ ਟਰਮਸ ਐਂਡ ਕੰਡੀਸ਼ਨ ਤੋਂ ਪੜ੍ਹਨ ਤੋਂ ਬਾਅਦ ਦੈਨ ਤੁਸੀਂ ਐਕਸੈਪਟ ਤੇ ਕਲਿੱਕ ਕਰਨਾ ਹੈ। ਐਕਸੈਪਟ ਤੇ ਕਲਿੱਕ ਕਰਨ ਤੋਂ ਬਾਅਦ ਸੋ ਬੇਸਿਕਲੀ ਇਹ ਜੋ ਹੈ ਇਹ ਤੁਹਾਡਾ ਮੇਨ ਹੈ। ਐਂਡ ਇਹ ਰਜਿਸਟ੍ਰੇਸ਼ਨ ਸਟੈਪ ਤੋਂ ਦੂਜਾ ਸਟੈਪ ਹੈ ਜੀ, ਜਿਹਦੇ 'ਚ ਆਪਾਂ ਪਹਿਲਾਂ ਚੈੱਕ ਕਰ ਚੁੱਕੇ ਸੀ ਐਂਡ ਦੇਖ ਚੁੱਕੇ ਸੀ ਕਿ ਟੈਸਟ ਡੇਟ ਹੈ 19 ਨਵੰਬਰ 2022 ਤੇ ਟੈਸਟ ਸਿਟੀ ਚੰਡੀਗੜ੍ਹ ਹੈ ਜੀ, ਤੇ ਮੋਡਿਊਲ ਅਕੈਡਮਿਕ ਹੈ। ਦੈਨ ਜੋ ਟਾਈਟਲ ਹੈ ਉਹ ਮਿਸਟਰ ਹੋਏਗਾ ਤਾਂ ਪਰਸਨ ਹੋਏਗਾ ਬੋਏ, ਮਤਲਬ ਕਿ ਮੁੰਡਾ ਹੋਏਗਾ ਜੀ। ਐਂਡ ਮਿਸਿਸ ਹੈ ਤਾਂ ਕੋਈ ਮੈਰਿਡ ਵੂਮਨ ਹੋ ਸਕਦੀ ਹੈ ਜੀ। ਐਂਡ ਜੇਕਰ ਮਿਸ ਹੈ ਤਾਂ ਅਨਮੈਰਿਡ ਵੂਮਨ ਜਾਂ ਫਿਰ ਕੋਈ ਗਰਲ ਹੋਏਗੀ। ਦੈਨ ਜੇਕਰ ਐਮਐਸ ਡੋਟ ਇਹ ਸਪੈਸੀਫਾਈਡ ਨਹੀਂ ਹੁੰਦਾ ਕਿ ਠੀਕ ਹੈ, ਜਿਹਨੂੰ ਆਪਣੇ ਜੈਂਡਰ ਦਾ ਨਹੀਂ ਪਤਾ ਹੈਗਾ ਸਪੈਸੀਫਿਕਲੀ, ਤਾਂ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਐਮਐਸ। ਮਿਸ ਹੋ ਗਿਆ ਜੀ ਜਿਹੜੇ ਅਨਮੈਰਿਡ ਵੂਮਨ ਨੇ, ਮਿਸਿਸ ਮੈਰਿਡ ਵੂਮਨ, ਐਂਡ ਮਿਸਟਰ ਸਿਰਫ ਜੋ ਪਰਸਨ ਹੈ ਮੁੰਡਾ ਉਹਦੇ ਵਾਸਤੇ ਜੀ, ਠੀਕ ਹੈ ਜੀ। ਈਵਨ ਦੋ ਭਾਵੇਂ ਉਹ ਮੈਰਿਡ ਹੋਵੇ ਜਾਂ ਫਿਰ ਅਨਮੈਰਿਡ ਹੋਵੇ, ਦੈਟ ਡਜ਼ ਨੋਟ ਮੈਟਰ, ਇਹ ਸਿਰਫ ਮਿਸਿਸ ਹੋਏਗਾ, ਠੀਕ ਹੈ ਜੀ। ਫਸਟ ਗਿਵਨ ਨੇਮ, ਹੁਣ ਇਹ ਬਹੁਤ ਧਿਆਨ ਰੱਖਣ ਦੀ ਗੱਲ ਹੈ ਜੀ, ਕਿਉਂਕਿ ਮੋਸਟਲੀ ਇਹਦੇ 'ਚ ਬਹੁਤ ਡਿਫਿਕਲਟੀਜ਼ ਹੈ, ਗਲਤੀਆਂ ਹੁੰਦੀਆਂ ਨੇ। ਫਸਟ ਨੇਮ ਤੁਸੀਂ ਪਾਸਪੋਰਟ ਤੇ ਦੇਖਣਾ ਕਿ ਤੁਹਾਡਾ ਫਸਟ ਨੇਮ ਕੀ ਹੈ, ਗਿਵਨ ਨੇਮ ਹੋਣਾ ਚਾਹੀਦਾ ਹੈ। ਜਿਵੇਂ ਮੇਰਾ ਗਿਵਨ ਨੇਮ ਹੈ ਸੀ ਜਗਪ੍ਰੀਤ ਸਿੰਘ, ਤਾਂ ਮੈਂ ਇੱਥੇ ਸਪੈਸੀਫਿਕਲੀ ਗਿਵਨ ਨੇਮ ਤੇ ਲਿਖਾਂਗਾ ਜਗਪ੍ਰੀਤ ਸਿੰਘ, ਮੈਂ ਸਪੈਸੀਫਿਕਲੀ ਇਹ ਪਾਵਾਂਗਾ। ਮੈਂ ਸਰਨੇਮ ਨਹੀਂ ਸੀ ਕੋਈ ਐਡ ਕੀਤਾ, ਦੈਨ ਤੁਸੀਂ ਸਰਨੇਮ ਨੂੰ ਐਡ ਨਹੀਂ ਕਰਨਾ, ਸਿਰਫ ਇੱਥੇ ਇੱਕ ਤਰ੍ਹਾਂ ਦਾ ਹਾਈਫਨ ਪਾ ਦੇਣਾ, ਠੀਕ ਹੈ ਜੀ। ਗਿਵਨ ਨੇਮ ਤੇ ਮੇਰਾ ਜਗਪ੍ਰੀਤ ਸਿੰਘ ਸਪੈਸੀਫਿਕਲੀ ਪੂਰਾ ਸੀ, ਐਂਡ ਲਾਸਟ ਨੇਮ ਤੇ ਸਿਰਫ ਇੱਕ ਹਾਈਫਨ ਪਾਣਾ ਹੈ ਤਾਂ ਕਿ ਫੈਮਿਲੀ ਨੇਮ ਮੈਂ ਨਹੀਂ ਸੀ ਐਡ ਕੀਤਾ ਹੈਗਾ। ਦੈਨ ਕੋਈ ਵੀ ਈਮੇਲ ਐਡ ਕਰਨੀ ਹੈ, ਠੀਕ ਹੈ ਜੀ। ਈਮੇਲ ਐਡ ਕਰਨ ਤੋਂ ਬਾਅਦ ਜੇਕਰ ਮੰਨ ਕੇ ਚਲੋ ਕਿ ਮੇਰੀ ਈਮੇਲ ਦਿਸ ਵਨ ਹੈ, ਮੈਂ ਈਮੇਲ ਐਡ ਕਰਤੀ, ਠੀਕ ਹੈ ਜੀ। ਦੈਨ ਮੇਰਾ ਜੋ ਮੋਬਾਈਲ ਨੰਬਰ ਹੈ ਮੈਂ ਉਹ ਐਡ ਕਰਤਾ, ਠੀਕ ਹੈ ਜੀ। ਮੋਬਾਈਲ ਨੰਬਰ ਐਡ ਕਰਨ ਤੋਂ ਬਾਅਦ ਐਂਡ ਜਗਪ੍ਰੀਤ ਸਿੰਘ ਆਪਦਾ ਈਮੇਲ ਐਡ ਕਰਨ ਤੋਂ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਈਡੀ ਡਾਕੂਮੈਂਟ ਮੰਗੇਗਾ। ਆਈਡੀ ਡਾਕੂਮੈਂਟ ਓਬਵੀਅਸ ਹੀ ਗੱਲ ਹੈ ਕਿ ਪਾਸਪੋਰਟ ਹੀ ਹੋਏਗਾ। ਆਈਡੀ ਡਾਕੂਮੈਂਟ ਕੋਈ ਵੀ ਹੋ ਸਕਦਾ ਹੈ, ਕਿ ਜਿਵੇਂ ਇਹ ਮੈਂ ਪਹਿਲਾਂ ਐਗਜ਼ਾਮੀਨੇਸ਼ਨ ਫਿਲ ਆਊਟ ਕੀਤੇ ਸਨ ਤੇ ਉਹਦੀ ਡਿਟੇਲਸ ਆਈ ਹੋਈਆਂ ਨੇ, ਤਾਂ ਮੈਂ ਕੋਈ ਵੀ ਚੈੱਕ ਕਰ ਸਕਦਾ ਜੀ। ਠੀਕ ਹੈ ਜੀ, ਤਾਂ ਮੈਂ ਆਈਡੀ ਕੁਛ ਵੀ ਐਵੇਂ ਭਰ ਦਿੱਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਤੁਹਾਡੀ ਆਈਡੀ ਹੋਏਗੀ, ਤੁਹਾਡਾ ਨੰਬਰ ਹੋਏਗਾ ਸਪੈਸੀਫਿਕਲੀ ਐਡ ਕੀਤਾ ਹੋਇਆ ਤੁਹਾਡੇ ਪਾਸਪੋਰਟ ਤੇ, ਤੁਸੀਂ ਉਹ ਇੱਥੇ ਸਪੈਸੀਫਾਈ ਕਰਨਾ ਹੈ। ਦੈਨ ਇਹ ਤੁਹਾਡਾ ਆਈਡੀ ਆਪਣੀ ਫਿਲ ਆਊਟ ਕਰਤੀ, ਆਪਣੀ ਈਮੇਲ ਫਿਲ ਆਊਟ ਕਰਤੀ, ਮੋਬਾਈਲ ਫੋਨ, ਆਈਡੀ ਡਾਕੂਮੈਂਟ ਕਿਹੜਾ ਸੀ, ਪਾਸਪੋਰਟ ਓਬਵੀਅਸ ਦੀ ਗੱਲ ਹੈ। ਐਂਡ ਵੈਲਿਡ ਤੁਹਾਡਾ ਕਦੋਂ ਤੱਕ ਹੈ, ਤੁਹਾਡਾ ਜੋ ਪਾਸਪੋਰਟ ਹੈ ਕਦੋਂ ਤੱਕ ਵੈਲਿਡ ਹੈ, ਉਹਦੀ ਵੈਲਿਡਿਟੀ ਭਰਨੀ ਹੈ। ਜਿਵੇਂ 29 23 9 29 ਦਾ ਹੋਇਆ ਕੋਈ, ਜਾਂ ਫਿਰ 32 ਹੋਇਆ, ਤਾਂ ਤੁਸੀਂ ਉਹ ਚੀਜ਼ ਐਡ ਕਰ ਸਕਦੇ ਹੋ, ਕੋਈ ਵੀ ਡੇਟ, ਠੀਕ ਹੈ ਜੀ। ਮੈਂ ਇੱਕ ਫੋਰ ਐਗਜ਼ਾਮਪਲ ਦੇ ਵਿੱਚ ਇੰਸਟੈਂਸ ਵਾਸਤੇ ਲੈ ਲਈ ਇਹ ਡੇਟ। ਦੈਨ ਤੁਹਾਡੀ ਡੇਟ ਆਫ ਬਰਥ ਕੋਈ ਵੀ ਹੋ ਸਕਦੀ ਹੈ, ਜਿਵੇਂ ਮੈਂ ਐਗਜ਼ਾਮਪਲ ਵਾਸਤੇ ਭਰ ਦਿੱਤੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਈਮੇਲ ਭਰਤੀ, ਮੋਬਾਈਲ, ਆਈਡੀ ਡਾਕੂਮੈਂਟ, ਵੈਲਿਡਿਟੀ ਐਂਡ ਡੇਟ ਆਫ ਬਰਥ ਐਂਡ ਟਾਈਟਲ ਹੋ ਗਿਆ ਐਂਡ ਗਿਵਨ ਨੇਮ ਹੋ ਗਿਆ। ਦੈਨ ਉਹ ਇੱਕ ਸਪੈਸੀਫਿਕਲੀ ਪੁੱਛਣਗੇ ਕਿ ਤੁਹਾਡੇ ਕੋਲ ਕੋਈ ਪਰਮਾਨੈਂਟ ਡਿਸੇਬਿਲਿਟੀ ਤਾਂ ਨਹੀਂ, ਤੁਹਾਨੂੰ ਕੋਈ ਹੀਅਰਿੰਗ ਦੇ ਵਿੱਚ ਜਾਂ ਫਿਰ ਲਰਨਿੰਗ ਡਿਫਿਕਲਟੀ ਤਾਂ ਨਹੀਂ ਆਉਂਦੀ, ਤਾਂ ਕਿ ਉਹ ਸਪੈਸੀਫਿਕਲੀ ਤੁਹਾਨੂੰ ਸਪੈਸ਼ਲੀ ਕੋਈ ਨਾ ਕੋਈ ਇਕਵਿਪਮੈਂਟ ਪ੍ਰੋਵਾਈਡ ਕਰ ਸਕਣ ਜਾਂ ਫਿਰ ਕੋਈ ਨਾ ਕੋਈ ਹੈਲਪ ਪ੍ਰੋਵਾਈਡ ਕਰ ਸਕਣ ਉਸ ਦੇ ਰਿਗਾਰਡਿੰਗ ਤੁਹਾਡੀ ਕੋਈ ਵੀ ਜੋ ਦਿੱਕਤ ਆਉਂਦੀ ਹੈ, ਠੀਕ ਹੈ ਜੀ। ਬਟ ਮੈਨੂੰ ਕੋਈ ਨਹੀਂ ਹੈਗੀ ਐਂਡ ਮੈਂ ਨੋ ਕਰਾਂਗਾ ਇਸ ਤੋਂ। ਦੈਨ ਤੁਸੀਂ ਦੇਖ ਸਕਦੇ ਹੋ ਕਿ ਇਹ ਸੈਕਿੰਡ ਸਟੈਪ ਹੈ ਜੋ ਉਹ ਫਿਲ ਆਊਟ ਹੋ ਗਿਆ, ਤੁਹਾਡੀ ਆਈਡੀ ਭਰੀ, ਪਾਸਪੋਰਟ ਨੂੰ ਨੰਬਰ ਹੈ ਐਂਡ ਈਮੇਲ ਆਈਡੀ। ਦੈਨ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਪ੍ਰੋਸੀਡ ਤੇ ਕਲਿੱਕ, ਪ੍ਰੋਸੀਡ ਕਰ ਦਿਓ, ਠੀਕ ਹੈ ਜੀ। ਨੈਕਸਟ ਤੁਸੀਂ ਦੇਖ ਸਕਦੇ ਹੋ ਕਿ ਟੈਸਟ ਡੇਟ ਹੈ ਦਿਸ ਵਨ, ਟੈਸਟ ਸਿਟੀ ਚੰਡੀਗੜ੍ਹ ਐਂਡ ਮੋਡਿਊਲ ਅਕੈਡਮਿਕ ਹੈ। ਪਾਸਪੋਰਟ ਆਪਾਂ ਨੇ ਪਹਿਲਾਂ ਫਿਲ ਆਊਟ ਕਰਤਾ, ਵੈਲਿਡ ਕਦੋਂ ਤੱਕ ਹੈ ਜੀ, ਐਂਡ ਡੇਟ ਆਫ ਬਰਥ ਕਦੋਂ ਤੱਕ ਹੈ। ਜੇਕਰ ਮਿਸਟਰ ਮੇਲ ਜਗਪ੍ਰੀਤ ਸਿੰਘ ਐਂਡ ਲਾਸਟ ਨੇਮ ਕੋਈ ਨਹੀਂ ਆਇਆ, ਤੁਸੀਂ ਪਹਿਲਾਂ ਮੈਂ ਐਡ ਕਰ ਦਿੰਦਾ ਸੀ, ਬਟ ਤੁਸੀਂ ਹੁਣ ਹਾਈਫਨ ਰਹਿਣ ਦਿਓ। ਦੈਨ ਈਮੇਲ ਜੋ ਹੈ ਉਹ ਦੁਬਾਰਾ ਇੱਥੇ ਭਰਨੀ ਪਏਗੀ। ਦੈਨ ਇਹਦਾ ਮੋਬਾਈਲ ਨੰਬਰ ਹੋਏਗਾ, ਕੋਈ ਵੀ ਭਰ ਸਕਦੇ ਹਾਂ, ਐਗਜ਼ਾਮਪਲ ਵਾਸਤੇ। ਆਪਦਾ ਤੁਸੀਂ ਐਡਰੈਸ ਭਰ ਸਕਦੇ ਹੋ, ਇੱਥੇ ਐਡਰੈਸ ਹੋਏਗਾ ਤੁਹਾਡਾ ਅਕੋਰਡਿੰਗ ਟੂ ਕਿ ਤੁਹਾਡਾ ਜਿਹੜਾ
ਪਾਸਪੋਰਟ ਹੋਏਗਾ ਉਸ ਦੇ ਅਕੋਰਡਿੰਗ ਤੁਸੀਂ ਐਡਰੈਸ ਭਰਨਾ ਹੈ। ਕੋਈ ਹੋ ਸਕਦਾ ਹੈ ਨੀਅਰ ਸਮਥਿੰਗ ਕੁਛ, ਠੀਕ ਹੈ ਜੀ। ਜਿਵੇਂ ਮੇਰਾ ਪਾਸਪੋਰਟ ਲਈ ਐਡਰੈਸ ਸੀ ਦਿਸ ਵਨ, ਤੇ ਇਹ ਤੁਸੀਂ ਐਡਰੈਸ ਭਰਨਾ ਹੈ। ਸਿਟੀ ਤੁਸੀਂ ਇੱਥੇ ਭਰਨੀ ਹੈ, ਐਡ ਕਰਨੀ ਹੈ, ਤੇ ਸਟੇਟ ਐਡ ਕਰਨੀ ਹੈ, ਤੁਹਾਡਾ ਹਰਿਆਣਾ ਕੋਈ ਵੀ ਗੁਜਰਾਤ ਹੈ ਤੁਸੀਂ ਇੱਥੇ ਐਡ ਕਰਨੀ ਹੈ। ਐਂਡ ਉਹਦਾ ਜ਼ਿਪ ਕੋਡ ਸਪੈਸੀਫਿਕਲੀ ਤੁਹਾਡੇ ਕੋਲ ਮੇਨ ਥਿੰਗਸ ਕੀ ਨੇ, ਇੱਕ ਤੁਹਾਡੀ ਈਮੇਲ ਮੇਨ ਹੈ, ਐਂਡ ਗਿਵਨ ਨੇਮ, ਜੈਂਡਰ, ਆਈਡੀ ਡਾਕੂਮੈਂਟ, ਵੈਲਿਡਿਟੀ ਐਂਡ ਡੇਟ ਆਫ ਬਰਥ, ਤੇ ਕਨਫਰਮੇਸ਼ਨ ਦੁਬਾਰਾ, ਤੇ ਐਡਰੈਸ। ਤੇ ਜੋ ਇਹ ਵਾਲਾ ਸਟੈਪ ਹੈ ਇਹ ਡਸ ਨੋਟ ਮੈਟਰ, ਇਹਨਾਂ ਮੈਟਰ ਨਹੀਂ ਕਰਦਾ, ਬਟ ਦਿਸ ਵਨ ਮੈਟਰ, ਇਹ ਮੈਟਰ ਕਰੇਗਾ ਕਿਉਂਕਿ ਇਹ ਅਲੱਗ-ਅਲੱਗ ਲੈਂਗੁਏਜਸ ਵਾਸਤੇ ਡਿਫਰੈਂਟ ਕੋਡ ਅਸਾਈਨ ਕੀਤੇ ਹੁੰਦੇ ਨੇ। ਜਿਵੇਂ ਪੰਜਾਬੀ ਵਾਸਤੇ ਮੈਂ ਦੇਖਾਂ ਤਾਂ ਇਹ ਕੋਡ ਅਸਾਈਨ ਕੀਤਾ ਹੈਗਾ। ਜਦੋਂ ਤੁਸੀਂ ਐਗਜ਼ਾਮੀਨੇਸ਼ਨ ਫਿਲ ਆਊਟ ਕਰੋਗੇ ਉੱਥੇ ਤੁਸੀਂ ਐਗਜ਼ਾਮੀਨੇਸ਼ਨ ਦੋਗੇ, ਦੈਨ ਤੁਹਾਨੂੰ ਕਿਤੇ ਨਾ ਕਿਤੇ ਇਹ ਉੱਥੇ ਭਰਨਾ ਪਏਗਾ 085, ਠੀਕ ਹੈ ਜੀ। ਨੈਸ਼ਨੈਲਿਟੀ ਇੰਡੀਅਨ, ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਈ ਡਾਕੂਮੈਂਟ, ਆਈਡੀ ਨੰਬਰ, ਵੈਲਿਡਿਟੀ, ਡੇਟ ਆਫ ਬਰਥ, ਟਾਈਟਲ ਹੋ ਗਿਆ ਜੀ, ਜੈਂਡਰ, ਫਸਟ ਨੇਮ ਹੋ ਗਿਆ, ਦੈਨ ਉਸਦਾ ਲਾਸਟ ਨੇਮ ਹੋ ਗਿਆ ਜੀ, ਈਮੇਲ, ਕਨਫਰਮੇਸ਼ਨ ਈਮੇਲ, ਉਸਦੀ ਮੋਬਾਈਲ ਨੰਬਰ ਐਂਡ ਦੁਬਾਰਾ ਤੋਂ ਮੋਬਾਈਲ ਨੰਬਰ। ਉਸ ਤੋਂ ਬਾਅਦ ਐਡਰੈਸ ਹੋ ਗਿਆ ਜੀ, ਐਂਡ ਸਿਟੀ ਵਿੱਚ, ਫਿਰ ਸਟੇਟ, ਫਿਰ ਪਿਨ ਕੋਡ, ਦੈਨ ਨੈਸ਼ਨੈਲਿਟੀ, ਫਿਰ ਫਸਟ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਬਟ ਮੇਰੀ ਪੰਜਾਬੀ ਸੀ ਐਂਡ ਦੈਨ ਮੈਂ ਪੰਜਾਬੀ ਚੂਜ਼ ਕੀਤਾ ਜੀ। ਦੈਨ ਆਕੂਪੇਸ਼ਨ ਦੇ ਵਿੱਚ ਸਪੈਸੀਫਿਕਲੀ ਮੈਂ ਐਜੂਕੇਸ਼ਨ ਦਾ ਕਰਾਂਗਾ ਕਿ ਮੈਂ ਹੁਣ ਸਟੂਡੈਂਟ ਹਾਂ, ਐਂਡ ਦੈਨ ਮੈਂ ਐਜੂਕੇਸ਼ਨ ਦਾ ਹੋਵਾਂਗਾ। ਜੇ ਤੁਸੀਂ ਹੋਰ ਹੋ ਕਿਸੇ ਕੰਸਟਰਕਸ਼ਨ ਦੇ ਵਿੱਚ ਜਾਂ ਫਿਰ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਸਕਦੇ ਹੋ, ਜਾਂ ਫਿਰ ਬੈਂਕਿੰਗ ਸੈਕਟਰ ਦੇ ਵਿੱਚ, ਐਂਟਰਟੇਨਮੈਂਟ ਸੈਕਟਰ ਦੇ ਵਿੱਚ, ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਦੇ ਵਿੱਚ ਤੁਸੀਂ ਉਹ ਚੀਜ਼ ਸਿਲੈਕਟ ਕਰ ਸਕਦੇ ਹੋ। ਮੇਰਾ ਐਜੂਕੇਸ਼ਨ ਦਾ ਪਰਪਸ ਹੈ ਜੀ, ਤੇ ਮੈਂ ਆਕੂਪੇਸ਼ਨ ਜੇ ਐਜੂਕੇਸ਼ਨ ਦਾ ਐਂਡ ਮੈਂ ਉਹ ਚੀਜ਼ ਸਪੈਸੀਫਾਈ ਕਰਾਂਗਾ। ਜੇ ਤੁਸੀਂ ਹੋਰ ਵੀ ਐਡੀਸ਼ਨ ਕਰ ਸਕਦੇ ਹੋ ਤਾਂ ਇੱਥੇ ਐਡ ਕਰ ਦਿਓ, ਬਟ ਕੋਈ ਓਪਸ਼ਨਲ ਹੁੰਦਾ ਜੀ, ਕੋਈ ਲੋੜ ਵੀ ਨਹੀਂ ਹੈਗੀ। ਦੈਨ ਲੈਵਲ ਪੁੱਛਣਗੇ ਤੁਹਾਡਾ ਆਕੂਪੇਸ਼ਨ ਲੈਵਲ, ਵੀ ਤੁਸੀਂ ਐਜੂਕੇਸ਼ਨ ਕਰ ਰਹੇ ਹੋ ਐਂਡ ਉਸ ਦਾ ਲੈਵਲ ਕੀ ਹੈ, ਵਾਟ ਇਜ਼ ਦਾ ਲੈਵਲ ਆਫ ਯੂਰ ਐਜੂਕੇਸ਼ਨ, ਠੀਕ ਹੈ ਜੀ। ਸਿਲੈਕਟ ਕਰੋਗੇ, ਦੈਨ ਤੁਸੀਂ ਇੱਥੇ ਸਟੂਡੈਂਟ ਲਿਖੋਗੇ ਜੀ, ਵੀ ਤੁਹਾਡਾ ਜੇਕਰ ਐਜੂਕੇਸ਼ਨ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਆਪਦਾ ਕੋਈ ਕੰਮ ਕਰਦੇ ਹੋ, ਆਪਦਾ ਫਰੀਲਾਂਸਰ ਤੇ ਕੰਮ ਕਰਦੇ ਹੋ, ਤਾਂ ਉਹ ਚੀਜ਼ ਚੁਣੋਗੇ। ਕਿਤੇ ਕੰਪਨੀ ਦੇ ਵਿੱਚ ਕੰਮ ਕਰਦੇ ਹੋ, ਚਲੋ ਸਟੂਡੈਂਟ ਦੇ ਬੇਸ ਤੇ ਕੰਮ ਕਰਦੇ ਹੋ ਐਂਡ ਤੁਹਾਡਾ ਪਾਰਟਨਰਸ਼ਿਪ ਹੈ ਕੋਈ, ਜਾਂ ਫਿਰ ਤੁਸੀਂ ਇੰਟਰਨਸ਼ਿਪ ਤੇ ਲੱਗੇ ਹੋ, ਉਸ ਚੀਜ਼ ਦਾ ਹੋ ਸਕਦਾ ਹੈ ਕੋਈ। ਦੈਨ ਮੋਸਟਲੀ ਤੁਸੀਂ ਸਟੂਡੈਂਟ ਹੀ ਚੂਜ਼ ਕਰਨਾ ਹੈ, ਇਹਦੇ 'ਚ ਕਨਫਿਊਜ਼ ਕਰਨ ਵਾਲੀ ਕੋਈ ਗੱਲ ਨਹੀਂ ਕਿ ਤੁਸੀਂ ਸਟੂਡੈਂਟ ਯੂਜ਼ ਕਰਨਾ ਹੈ। ਨੈਸ਼ਨੈਲਿਟੀ ਇੰਡੀਆ ਚੂਜ਼ ਕਰਨੀ ਹੈ, ਜੇ ਤੁਸੀਂ ਹੋਰ ਕੰਟਰੀ ਦੇ ਵਿੱਚੋਂ ਦੈਨ ਤੁਸੀਂ ਉਹ ਇਸ ਦੇ ਹਿਸਾਬ ਨਾਲ ਚੂਜ਼ ਕਰਨੀ ਹੈ। ਆਕੂਪੇਸ਼ਨ ਸਟੂਡੈਂਟ। ਟੈਸਟ ਕਦ ਦੇ ਰਹੇ ਹੋ, ਟੈਸਟ ਇਹ ਮੋਸਟਲੀ ਪੁੱਛਦੇ ਨੇ ਕਿ ਤੁਸੀਂ ਵਾਈ ਆਰ ਯੂ ਟੇਕਿੰਗ ਦਾ ਟੈਸਟ, ਤੁਸੀਂ ਟੈਸਟ ਕਦ ਦੇ ਰਹੇ ਹੋ। ਸੋ ਬੇਸਿਕਲੀ ਸਾਰਿਆਂ ਨੂੰ ਪਤਾ ਹੈ ਕਿ ਸਟੱਡੀ ਕਰਨ ਵਾਸਤੇ ਦੇ ਰਹੇ ਆ। ਤਾਂ ਫੋਰ ਹਾਇਰ ਐਜੂਕੇਸ਼ਨ ਐਕਸਟੈਂਡਡ ਕੋਰਸ 3 ਔਰ ਮੋਰ ਮੰਥ, ਤੁਹਾਡੀ ਇਹ ਜੋ ਫਸਟ ਮੈਂ ਸਿਲੈਕਟ ਕੀਤੀ ਹੈ ਦਿਸ ਵਨ, ਇਹ ਹੁੰਦਾ ਕਿ ਤੁਸੀਂ 2 ਸਾਲ ਵਾਸਤੇ 3 ਮਹੀਨਿਆਂ ਤੋਂ ਉੱਪਰ ਜੋ ਸਟੱਡੀ ਰਹਿੰਦੀ ਹੈ ਉਹਦੇ ਵਾਸਤੇ ਹੁੰਦਾ ਹੈ ਕਿ ਤੁਸੀਂ ਹੁਣ ਜਦੋਂ ਤੁਸੀਂ ਕੋਲਜ ਜਾਂ ਫਿਰ ਯੂਨੀਵਰਸਿਟੀ ਸਿਲੈਕਟ ਕਰੋਗੇ ਆਈਲੈਟਸ ਤੋਂ ਬਾਅਦ, ਉਹ ਤੁਹਾਡਾ 2 ਸਾਲ ਦੀ ਜਾਂ ਫਿਰ 1 ਸਾਲ ਦਾ ਤਾਂ ਮਿਨੀਮਮ ਹੋਏਗਾ ਹੀ, ਤਾਂ ਤੁਸੀਂ ਇੱਥੇ ਇਹੀ ਭਰਨਾ ਹੈ। ਫੋਰ ਹਾਇਰ ਐਜੂਕੇਸ਼ਨ ਐਕਸਟੈਂਡਡ ਕੋਰਸ 3 ਮੰਥਸ ਔਰ ਮੋਰ, ਜਾਂ ਤਾਂ 3 ਮੰਥ ਦਾ ਹੋ ਸਕਦਾ ਜਾਂ ਫਿਰ ਉਸ ਤੋਂ ਵੱਧ, ਘੱਟ ਨਹੀਂ ਹੋ ਸਕਦਾ, ਉਹ ਇੱਥੇ ਲਿਖੇ ਹੋਏ ਨੇ। ਬਾਕੀ ਤੁਸੀਂ ਹਾਇਰ ਐਜੂਕੇਸ਼ਨ ਐਕਸਟੈਂਡਡ ਕੋਰਸ ਲਿਖਣਾ ਹੈ। ਦੈਨ ਵਿਚ ਕੰਟਰੀ ਆਰ ਯੂ ਅਪਲਾਈਂਗ ਇੰਟੈਂਡਿੰਗ ਟੂ ਡੂ, ਮਤਲਬ ਤੁਹਾਡਾ ਇਰਾਦਾ ਕਿਸ ਕੰਟਰੀ ਤੇ ਜਾਣ ਦਾ ਹੈ, ਤੁਸੀਂ ਕਰ ਸਕਦੇ ਹੋ। ਕੋਈ ਵੀ ਇਹ ਡਜ਼ ਨੋਟ ਮੈਟਰ, ਇਹ ਉੱਥੇ ਕੋਈ ਵੀ ਸਪੈਸੀਫਾਈ ਨਹੀਂ ਹੁੰਦਾ। ਤੁਹਾਡੇ TRF ਤੇ ਜਦੋਂ ਤੁਹਾਡਾ ਫਾਈਨਲ ਰਿਜ਼ਲਟ ਹੋਏਗਾ, ਇਹ ਕੁਝ ਵੀ ਮੈਂਸ਼ਨ ਨਹੀਂ ਹੁੰਦਾ ਹੈਗਾ, ਇਹ ਸਿਰਫ ਆਪਦੀ ਇਨਫੋਰਮੇਸ਼ਨ ਗੈਦਰ ਕਰਨ ਵਾਸਤੇ ਰੱਖਦੇ ਨੇ। ਜੇਕਰ ਮੈਂ ਇੱਥੇ UK ਵੀ ਪਾਦਾ ਜਾਂ ਫਿਰ ਕੈਨੇਡਾ ਵੀ ਪਾਦਾ, ਕੋਈ ਚੱਕਰ ਨਹੀਂ ਹੈਗਾ, ਉੱਥੇ ਤੁਸੀਂ ਬਾਅਦ ਦੇ ਵਿੱਚ ਤੁਸੀਂ ਐਡ ਕਰੋਗੇ ਤਾਂ ਤੁਸੀਂ ਹੋ ਸਕਦਾ ਹੈ। ਦੈਨ ਵੇਅਰ ਆਰ ਯੂ ਕਰੰਟਲੀ ਸਟੱਡਿੰਗ ਇੰਗਲਿਸ਼, ਇਹ ਤੁਸੀਂ ਸਪੈਸੀਫਾਈ ਕਰਨ ਦੀ ਲੋੜ ਵੀ ਨਹੀਂ ਹੈਗੀ ਇੰਨਾ ਜ਼ਿਆਦਾ। ਜੇ ਤੁਸੀਂ ਕਰ ਸਕਦੇ ਹੋ, ਕਿਸੇ ਇੰਸਟੀਟਿਊਸ਼ਨ ਦਾ ਨਾਮ ਲਿਖ ਸਕਦੇ ਹੋ, ਜਾਂ ਫਿਰ ਕਿਸੇ ਕੰਪਨੀ ਦਾ, ਜਿਸ ਕੰਪਨੀ ਦੇ ਵਿੱਚ ਤੁਸੀਂ ਆਈਲੈਟਸ ਕਰ ਰਹੇ ਹੋ ਜਾਂ ਫਿਰ ਇੰਗਲਿਸ਼ ਸਿੱਖ ਰਹੇ ਹੋ, ਉਹ ਵੀ ਲਿਖ ਸਕਦੇ ਹੋ। ਵਟ ਲੈਵਲ ਆਫ ਐਜੂਕੇਸ਼ਨ ਹੈਵ ਯੂ ਕੰਪਲੀਟਡ, ਉਹ ਫਿਰ ਤੁਸੀਂ ਪੁੱਛਣਗੇ ਕਿ ਕਿਸ ਤਰ੍ਹਾਂ ਦੀ ਲੈਵਲ ਆਫ ਐਜੂਕੇਸ਼ਨ ਤੁਸੀਂ ਕੰਪਲੀਟ ਕਰ ਚੁੱਕੇ ਹੋ ਫਿਲਹਾਲ ਦੇ ਵਿੱਚ। ਤਾਂ ਸਿਲੈਕਟ ਕਰਨ ਤੋਂ ਬਾਅਦ ਸੈਕੰਡਰੀ ਅਪ ਟੂ 16 ਈਅਰਸ, ਜੇ ਤੁਸੀਂ ਅਜੇ 16 ਸਾਲ ਦੇ ਹੋ ਅਤੇ ਉਸ ਤੋਂ ਪਿੱਛੇ ਦੀ ਸੈਕੰਡਰੀ ਮਤਲਬ ਕਿ 10ਵੀਂ ਤੱਕ ਹੀ ਕੀਤੀ ਹੈ, ਦੈਨ ਉਸ ਤੋਂ ਬਾਅਦ ਤੁਸੀਂ ਆਈਲੈਟਸ ਐਗਜ਼ਾਮੀਨੇਸ਼ਨ ਦੇ ਰਹੇ ਹੋ, ਤਾਂ ਤੁਸੀਂ ਉਹ ਚੀਜ਼ ਚੁਣਨੀ ਹੈ ਇੱਥੇ। ਜੇਕਰ ਤੁਸੀਂ ਸੈਕੰਡਰੀ 16 ਤੋਂ 90 ਤੱਕ +2 ਤੱਕ ਕੀਤੀ ਹੈ, ਤਾਂ +2 ਤੋਂ ਬਾਅਦ ਤੁਸੀਂ ਆਪਦਾ ਐਜੂਕੇਸ਼ਨ ਮਤਲਬ ਕਿ ਆਈਲੈਟਸ ਐਗਜ਼ਾਮੀਨੇਸ਼ਨ ਫਿਲ ਆਊਟ ਕਰ ਰਹੇ ਹੋ, ਤਾਂ ਤੁਸੀਂ ਸੈਕੰਡਰੀ 16 ਤੋਂ 19 ਈਅਰਸ ਦੀ ਕਰਨੀ ਹੈ। ਐਂਡ ਜੇ ਤੁਸੀਂ ਡਿਗਰੀ ਤੋਂ ਬਾਅਦ ਕਰ ਰਹੇ ਹੋ, ਡਿਗਰੀ ਮਤਲਬ ਕਿ ਗ੍ਰੈਜੂਏਸ਼ਨ ਤੋਂ ਬਾਅਦ ਕਰ ਰਹੇ ਹੋ, ਜੋ 3 ਸਾਲ ਦੀ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਡਿਗਰੀ ਐਂਡ ਇਕੁਇਵਲੈਂਟ ਭਰਨੀ ਹੈ, ਠੀਕ ਹੈ ਜੀ। ਤੇ ਪੋਸਟ ਗ੍ਰੈਜੂਏਸ਼ਨ ਵਾਸਤੇ ਵੀ ਦਿੱਤਾ ਹੈ, ਮੇਰੀ ਵੈਸੇ ਡਿਗਰੀ ਤੇ ਇਕੁਇਵਲੈਂਟ ਸੀ, ਮੈਂ ਉਹ ਚੀਜ਼ ਦੇਖ ਲਈ। ਹਾਊ ਮੈਨੀ ਈਅਰਸ ਹੈਵ ਯੂ ਬੀਨ ਸਟੱਡੀ ਇੰਗਲਿਸ਼,
ਇਹ ਵੀ ਮੈਟਰ ਨਹੀਂ ਕਰਦਾ ਹੈਗਾ ਇੰਨਾ ਜ਼ਿਆਦਾ। ਮੈਂ 9 ਔਰ ਮੋਰ ਲਿਖਿਆ ਸੀਗਾ ਤੇ ਇੱਕ ਔਰ ਲੈਸ ਆਪਾਂ ਤੁਸੀਂ ਦੇਖ ਸਕਦੇ ਕਿ LKG ਤੋਂ ਲੈ ਕੇ ਨਰਸਰੀ ਤੋਂ ਲੈ ਕੇ ਆਪਾਂ ਇੰਗਲਿਸ਼ ਸਿੱਖ ਹੀ ਰਹੇ ਹਾਂ, ਵਿਚ ਇਜ਼ ਕਾਈਂਡ ਆਫ ਫੈਕਟ। ਐਂਡ ਉਹ 9 ਤੋਂ 9 ਔਰ ਮੋਰ ਤੁਸੀਂ ਲਿਖ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਐਂਡ ਕਈ ਵਾਰੀ ਇੱਥੇ ਇੱਕ ਤਰ੍ਹਾਂ ਦਾ ਬੁੱਕਸ ਆ ਜਾਂਦੇ ਜੀ, ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੰਪੋਰਟੈਂਸ ਦਿੱਤਾ ਹੈ ਕਿ ਜਿਹੜਾ ਟੈਸਟ ਹੈ ਉਹ ਵੀਡੀਓ ਕਾਲ ਸਪੀਕਿੰਗ ਟੈਸਟ ਹੋਏਗਾ, ਕਿ ਸਰਟੀਫਾਈਡ ਜੋ ਹੋਏਗਾ ਐਗਜ਼ਾਮੀਨਰ ਉਹ ਅਫੀਸ਼ੀਅਲ ਟੈਸਟ ਕਰੇਗਾ ਤੇ ਸੈਂਟਰ ਦੇ ਵਿੱਚ ਹਾਈ ਡੈਫੀਨੇਸ਼ਨ ਵੀਡੀਓ ਕਾਲ ਤੇ। ਸਬਮਿਸ਼ਨ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ, ਦੈਨ ਸਾਰਾ ਕੁਝ ਸਬਮਿਟ ਹੋ ਜਾਏਗਾ ਜੀ। ਹੁਣ ਜਿਵੇਂ ਟੈਸਟ ਡੇਟ ਹੈ 1 ਨਵੰਬਰ ਦੀ ਐਂਡ ਟੈਸਟ ਸਿਟੀ ਹੈ ਮੋਡਿਊਲ ਅਕੈਡਮਿਕ ਹੈ, ਆਪਾਂ ਇਸ ਸਟੈਪ ਦੇ ਵਿੱਚ 3rd ਸਟੈਪ ਦੇ ਵਿੱਚ ਸਭ ਕੁਝ ਮੈਂਸ਼ਨ ਕਰ ਚੁੱਕੇ ਹਾਂ। ਐਂਡ ਦੈਨ ਹੁਣ ਇੱਥੇ ਆਪਾਂ ਨੇ ਜੋ ਪਾਸਪੋਰਟ ਦੀ ਫਸਟ ਪੇਜ ਹੈ ਉਹ ਇੱਥੋਂ ਆਪਾਂ ਚੂਜ਼ ਫਾਈਲ ਕਰਕੇ ਦੈਨ ਆਪਾਂ ਇੱਥੋਂ ਕੋਈ ਵੀ ਜੇਕਰ ਹੁੰਦਾ ਹੈ ਤਾਂ ਤੁਹਾਡੀ ਫਸਟ ਪੇਜ ਹੈ ਜੋ ਫਰੰਟ ਪੇਜ ਹੈ ਉਹ ਤੁਸੀਂ ਅਪਲੋਡ ਕਰ ਸਕਦੇ ਹੋ। ਐਂਡ ਚੂਜ਼ ਕਰਨ ਵਾਲੀ ਗੱਲ ਹੈ ਕਿ ਇੱਕ ਮੈਂਸ਼ਨ ਜ਼ਰੂਰ ਕਰਾਂਗਾ ਕਿ ਤੁਹਾਡੀ ਜੋ ਫਾਈਲ ਹੈ ਉਹ 1 MB ਤੋਂ ਘੱਟ ਹੋਣੀ ਚਾਹੀਦੀ ਹੈ। ਤੁਹਾਡਾ 1 MB ਤੋਂ ਘੱਟ ਤੱਕ ਹੋਣਾ ਚਾਹੀਦਾ ਹੈ। ਜੇਕਰ ਤੁਸੀਂ WhatsApp ਤੋਂ ਮੰਗਾਉਣੀ ਹੁੰਦਾ ਉਹ ਚੂਜ਼ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਅਪਲੋਡ ਕਰਨਾ ਫਸਟ ਪੇਜ ਆਫ ਕਾਪੀ ਜਿਹਦੇ ਤੁਹਾਡਾ ਪਿਕਚਰ ਮੈਂਸ਼ਨ ਹੋਏਗੀ ਐਂਡ ਤੁਹਾਡਾ ਸਾਰਾ ਕੁਝ ਡੇਟ ਆਫ ਬਰਥ ਮੈਂਸ਼ਨ ਹੋਏਗਾ। ਇਹ ਚੀਜ਼ ਜਦੋਂ ਚੂਜ਼ ਫਾਈਲ ਕਰੋਗੇ ਦੈਨ ਇੱਥੇ ਜਾ ਕੇ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ, ਠੀਕ ਹੈ ਜੀ। ਐਂਡ ਫਿਰ ਲਾਸਟ ਪੇਜ ਜਿੱਥੇ ਤੁਹਾਡਾ ਐਡਰੈਸ ਮੈਂਸ਼ਨ ਹੋਏਗਾ ਤੁਸੀਂ ਉਹ ਕਰਨਾ ਹੈ। ਉਹ ਕਰਨ ਤੋਂ ਬਾਅਦ ਤੁਸੀਂ ਅਪਲੋਡ ਤੇ ਕਲਿੱਕ ਕਰ ਦੇਣਾ। ਮੈਂ ਹੁਣ ਕੋਈ ਵੀ ਡਾਕੂਮੈਂਟ ਅਪਲੋਡ ਨਹੀਂ ਕੀਤਾ, ਜਸਟ ਫॉर ਐਗਜ਼ਾਮਪਲ ਵਾਸਤੇ ਤੁਹਾਨੂੰ ਦੱਸ ਰਿਹਾ ਕਿ ਕੋਈ ਮੈਂ ਡਾਕੂਮੈਂਟ ਕੋਈ ਵੀ ਚੂਜ਼ ਨਹੀਂ ਕੀਤਾ ਹੈਗਾ, ਤਾਂ ਉਹ ਚੀਜ਼ ਉਹ ਦਿਖਾ ਰਿਹਾ ਕਿ ਇੱਕ ਡਾਕੂਮੈਂਟ ਤੋਂ ਸਿਲੈਕਟ ਕਰੋ, ਉਹ ਕਹਿ ਰਹੇ ਨੇ ਐਟਲੀਸਟ 1 ਪਲੀਜ਼ ਸਿਲੈਕਟ ਐਟਲੀਸਟ 1 ਡਾਕੂਮੈਂਟ, ਠੀਕ ਹੈ ਜੀ। ਮੈਂ ਕੋਈ ਸਿਲੈਕਟ ਨਹੀਂ ਕੀਤਾ ਹੈਗਾ, ਤੁਸੀਂ ਇਹ ਚੀਜ਼ ਨੂੰ ਸਕਿਪ ਵੀ ਕਰ ਸਕਦੇ ਹੋ। ਤਾਂ ਬੈਟਰਮੈਂਟ ਵਾਸਤੇ ਮੈਂ ਰეკਮੈਂਡ ਕਰਾਂਗੇ ਤੁਸੀਂ ਆਪਦਾ ਇਸ ਨੂੰ ਫਿਲ ਆਊਟ ਜ਼ਰੂਰ ਕਰ ਲਿਓ। ਤੁਸੀਂ ਪਾਸਪੋਰਟ ਦੀ ਫਸਟ ਪੇਜ ਦੀ ਕਾਪੀ ਤੇ ਅਪਲੋਡ ਕਰ ਦਿਓ ਐਂਡ ਲਾਸਟ ਕਾਪੀ ਅਪਲੋਡ ਕਰ ਲਿਓ। ਮੈਂ ਸਕਿਪ ਕਰ ਰਿਹਾ ਫਿਲਹਾਲ ਦੇ ਲਈ, ਬਟ ਤੁਸੀਂ ਇੱਥੋਂ ਅਪਲੋਡ ਤੋਂ ਕਰਨਾ ਹੈ। ਉਹੀ ਸਟੈਪ ਉੱਥੇ ਆਏਗਾ ਸਕਿਪ ਦੇ ਲਈ ਐਂਡ ਉਹੀ ਸਟੈਪ ਸੇਮ ਹੀ ਸਟੈਪ ਅਪਲੋਡ ਦੇ ਲਈ ਆਏਗਾ। ਸਕਿਪ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ 4th 5th ਸਟੈਪ ਹੈ, ਪਹਿਲੇ ਦੇ ਵਿੱਚ ਹੀ ਸੀਗਾ ਟਰਮਸ ਐਂਡ ਕੰਡੀਸ਼ਨਸ, ਦੈਨ ਥੋੜਾ ਇਹਨਾਂ ਨੇ ਪਰਸਨਲ ਡਿਟੇਲਸ ਲਈ ਆਪਣੇ ਤੋਂ, ਠੀਕ ਹੈ ਜੀ। ਈਮੇਲ, ਫੋਨ ਨੰਬਰ ਐਂਡ ਜਿਹੜਾ ਵੈਲਿਡਿਟੀ ਹੈ ਪਾਸਪੋਰਟ ਦੀ ਐਂਡ ਡੇਟ ਆਫ ਬਰਥ ਉਹ ਲਈਆਂ, ਦੈਨ ਇਹਦੇ 'ਚ ਆਪਣੇ ਡਿਟੇਲ ਸਾਰੀਆਂ ਲੈ ਲਈਆਂ ਉਹਨਾਂ ਨੇ ਆਪਣੀਆਂ, ਠੀਕ ਹੈ ਜੀ। ਐਂਡ ਆਪਣੇ ਡਾਕੂਮੈਂਟ ਅਪਲੋਡ ਕਰ ਦਿੱਤੇ ਜਿਹੜੇ ਕਿ ਆਪਣੇ ਹੈਗੇ ਸਨ। ਫਿਰ ਹੁੰਦਾ ਹੈ ਕਿ ਇਹ ਤੁਹਾਡੀਆਂ ਡਿਟੇਲਸ ਰੈਕਗਨਾਈਜ਼ਡ ਆਰਗੇਨਾਈਜੇਸ਼ਨ, ਮਤਲਬ ਕਿ ਤੁਹਾਡਾ TRF ਹੈ ਜੋ ਤੁਹਾਡਾ ਫਾਈਨਲ ਰਿਜ਼ਲਟ ਆ ਗਿਆ, ਇਸ ਪੈਸੇ ਉਹ ਸਿੱਧਾ ਹੀ ਭੇਜ ਦੇਣਗੇ, ਸਿੱਧਾ ਹੀ ਜਿਵੇਂ ਕਿਸੇ ਕਾਲਜ ਦੇ ਵਿੱਚ ਭੇਜ ਦੇਣਗੇ। ਜਿਵੇਂ ਮੰਨ ਕੇ ਚੱਲਾਂ ਕਿ ਮੇਰਾ ਕੈਨੇਡਾ, ਠੀਕ ਹੈ ਜੀ, ਐਂਡ ਆਰਗੇਨਾਈਜੇਸ਼ਨ ਹੈਗੀ ਹੈ ਜੀ ਲੋਇਲਿਸਟ ਕਾਲਜ ਹੈ। ਜੇਕਰ ਮੈਂ ਆਪਣਾ TRF ਸਿੱਧਾ ਹੀ ਸੈਂਡ ਕਰਵਾਉਣਾ ਹੋਇਆ ਜਾਂ ਫਿਰ ਸਿੱਧਾ ਹੀ ਸਬਮਿਟ ਕਰਵਾਉਣਾ ਇਸ ਕਾਲਜ ਦੇ ਵਿੱਚ, ਜੇਕਰ ਮੇਰਾ ਕਨਫਰਮ ਹੈ ਕਾਲਜ, ਦੈਨ ਮੈਂ ਕਰ ਸਕਦਾ, ਕੋਈ ਚੱਕਰ ਨਹੀਂ ਹੈਗਾ। ਇੱਥੇ ਐਡ ਵੀ ਕਰ ਸਕਦੇ ਹੋ, ਬਟ ਮੋਸਟ ਆਫ ਦਾ ਸਟੂਡੈਂਟਸ ਕੀ ਕਰਦੇ ਨੇ ਇਸ ਪਾਰਟ ਨੂੰ ਸਕਿਪ ਹੀ ਕਰਦੇ ਨੇ, ਕਿਉਂਕਿ ਹਜੇ ਡਿਸਾਈਡ ਨਹੀਂ ਕੀਤਾ ਹੁੰਦਾ ਕਿ ਤੁਸੀਂ ਕਾਲਜ ਕਿਹੜਾ ਲੈਣਾ ਹੈ। ਬਾਅਦ ਦੇ ਵਿੱਚ ਜਦੋਂ ਤੁਹਾਡਾ ਬੈਂਡ ਸਕੋਰ ਆ ਜਾਂਦੇ ਨੇ ਦੈਨ ਮੋਸਟ ਆਫ ਦਾ ਸਟੂਡੈਂਟਸ ਡਿਸਾਈਡ ਕਰਦੇ ਨੇ ਇਸ ਚੀਜ਼ ਨੂੰ, ਠੀਕ ਹੈ ਜੀ। ਇਹ ਸਟੈਪ ਜੋ ਹੈਗਾ ਆਰ ਡਿਟੇਲਸ, ਇਹ ਤੁਸੀਂ ਕੰਪਲੀਟਲੀ ਸਕਿਪ ਕਰ ਸਕਦੇ ਹੋ, ਕੋਈ ਇਹਦੇ 'ਚ ਵਰੀ ਕਰਨ ਦੀ ਲੋੜ ਨਹੀਂ, ਸਕਿਪ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਦੈਨ ਤੁਹਾਡਾ ਇੱਕ ਰਿਵਿਊ ਵਾਸਤੇ ਲਾਸਟ ਤੁਹਾਡਾ ਪੇਮੈਂਟ ਕਰਨ ਤੋਂ ਪਹਿਲਾਂ ਤੁਹਾਡਾ ਰਿਵਿਊ ਆਏਗਾ ਵੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜਿਹੜੇ ਤੁਸੀਂ ਡਿਟੇਲਸ ਮੈਂਸ਼ਨ ਕੀਤੀਆਂ ਨੇ ਉਹ ਕਰੈਕਟ ਨੇ ਜਾਂ ਫਿਰ ਨਹੀਂ ਕਰੈਕਟ। ਦੈਨ ਪੈਨ ਐਂਡ ਪੇਪਰ ਬੇਸਡ, ਜਿਵੇਂ ਤੁਸੀਂ ਦੇਖ ਸਕਦੇ ਹੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਪਾਂ ਇਹ ਚੀਜ਼ ਕਰਦੇ ਆ ਰਹੇ ਹਾਂ ਕਿ ਟੈਸਟ ਡੇਟ ਹੈ ਐਂਡ ਟੈਸਟ ਸਿਟੀ ਚੰਡੀਗੜ੍ਹ ਹੈ, ਮੋਡਿਊਲ ਅਕੈਡਮਿਕ ਹੈ, ਪਾਸਪੋਰਟ ਦਾ ਜੋ ਵੀ ਇਹ ਫੋਰ ਐਗਜ਼ਾਮਪਲ ਮੈਂ ਜਸਟ ਐਗਜ਼ਾਮਪਲ ਵਾਸਤੇ ਮੇਰਾ ਐਕਚੁਅਲ ਪਾਸਪੋਰਟ ਨੰਬਰ ਨਹੀਂ ਹੈਗਾ, ਇਹ ਪਾਸਪੋਰਟ ਆਪਣੀ ID ਸੀ ਤੇ ਉਹਦਾ ID ਨੰਬਰ ਪੇ ਕਰਤਾ, ਵੈਲਿਡਿਟੀ ਕਰਤੀ, ਡੇਟ ਆਫ ਬਰਥ ਮੇਰੀ ਜੇਕਰ ਮੈਂ ਇਹ ਵੀ ਐਗਜ਼ਾਮਪਲ ਵਾਸਤੇ ਇਹ ਨਹੀਂ ਹੈਗੀ ਮੇਰੀ ਡੇਟ ਆਫ ਬਰਥ ਐਂਡ ਇਹ ਐਗਜ਼ਾਮਪਲ ਵਾਸਤੇ ਸਾਰਾ ਡਾਕੂਮੈਂਟ ਲਿਖੇ ਹੋਏ ਨੇ ਮੈਂ। ਡੇਟ ਆਫ ਬਰਥ, ਫਿਰ ਟਾਈਟਲ ਆ ਗਿਆ ਜੀ, ਜੈਂਡਰ ਆ ਗਿਆ, ਫਿਰ ਉਹਦਾ ਫਸਟ ਨੇਮ ਜੋ ਮੇਰਾ ਹੈਗਾ, ਲਾਸਟ ਨੇਮ ਤੁਸੀਂ ਦੇਖ ਸਕਦੇ ਹੋ ਕਿ ਹਾਈਫਨ ਇੱਥੇ ਇਨਕਲੂਡ ਹੋਇਆ ਹੈ। ਈਮੇਲ ਤੁਸੀਂ ਦੇਖ ਸਕਦੇ ਹੋ ਕਿ ਈਮੇਲ ਇੱਥੇ ਐਡ ਕਰਨੀ ਹੈ, ਫਿਰ ਮੋਬਾਈਲ ਨੰਬਰ ਐਡ ਕਰਨਾ ਹੈ, ਉਸ ਤੋਂ ਬਾਅਦ ਨੈਕਸਟ ਦਾ ਜੋ ਹੋਏਗਾ ਉਹ ਟੈਲੀਫੋਨ ਐਡ ਕਰਨਾ ਹੈ, ਐਡਰੈਸ ਐਡ ਕਰਨਾ ਹੈ ਐਂਡ ਸਿਟੀ ਹੋ ਗਿਆ, ਸਟੇਟ ਹੋ ਗਿਆ, ਪਿਨ ਉਸ ਚੀਜ਼ ਦਾ ਉਸ ਸਿਟੀ ਦਾ ਪਿਨ ਕੋਡ ਹੋ ਗਿਆ ਜੀ। ਦੈਨ ਕੰਟਰੀ ਆਫ ਨੈਸ਼ਨੈਲਿਟੀ, ਕਿਸ ਕੰਟਰੀ ਤੋਂ ਬਿਲੋਂਗ ਕਰਦੇ ਹੋ, ਤੁਹਾਡੀ ਫਸਟ ਲੈਂਗੁਏਜ ਕੀ ਹੈ। ਇਹ ਜਿਹੜਾ ਪਾਰਟ ਹੈ ਇਹ ਐਵੇਂ ਕਿ ਹਰੇਕ ਲੈਂਗੁਏਜ ਵਾਸਤੇ ਡਿਫਰੈਂਟ ਕੋਡ ਅਸਾਈਨ ਹੁੰਦਾ ਹੈ, ਐਜ਼ ਆਈ ਹੈਵ ਟੋਲਡ ਯੂ ਅਰਲੀਅਰ ਕਿ ਇਹ
अलग-अलग लैंग्वेज वास्ते असाइन होएगा। हिंदी वास्ते होर होएगा, पोर्तुगीज़ या फिर इंग्लिश वास्ते कुछ होर होएगा। ਆਕੂਪੇਸ਼ਨ ਕੀ ਸੀਗਾ, ਐਜੂਕੇਸ਼ਨ ਸੀ। ਦੈਨ ਉਸ ਤੋਂ ਬਾਅਦ ਵਾਲਾ ਜੋ ਜੇਕਰ ਤੁਸੀਂ ਸਪੈਸੀਫਾਈ ਕਰਨਾ ਕੋਈ ਗੱਲ ਨਹੀਂ, ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਛੱਡੇ ਹੋਏ ਨੇ, ਕੋਈ ਇਹ ਮੈਟਰ ਨਹੀਂ ਕਰਦਾ ਹੈਗਾ ਇੰਨਾ, ਨਾ ਹੀ ਉੱਥੇ ਇਹ ਸਪੈਸੀਫਾਈ ਹੋਣੇ ਨੇ ਤੁਹਾਡੇ TRF 'ਤੇ। ਤੁਹਾਨੂੰ ਜਦੋਂ ਤੁਸੀਂ ਇਹ ਫਿਲ ਆਊਟ ਕਰਤਾ, ਜਦੋਂ ਤੁਸੀਂ ਐਗਜ਼ਾਮੀਨੇਸ਼ਨ ਦੇਣਗੇ, ਤੁਹਾਨੂੰ ਫਿਰ ਇੱਕ ਹੋਰ ਉਹ ਪੇਜ ਹੈਂਡ ਓਵਰ ਕਰਨਗੇ। ਜੇਕਰ ਤੁਸੀਂ ਇੱਥੇ ਕੋਈ ਗਲਤੀ ਕੀਤੀ ਹੈ, ਈਵਨ ਦੋ ਕਿ ਤੁਹਾਡੇ ਮੇਲ ਦੀ ਤੁਸੀਂ ਜੈਂਡਰ ਚੇਂਜ ਕਰਤਾ, ਜਾਂ ਫਿਰ ਤੁਸੀਂ ਗਿਵਨ ਨੇਮ ਦੇ ਵਿੱਚ ਜਿਵੇਂ ਇੱਥੇ ਤੁਸੀਂ ਜਗਪ੍ਰੀਤ ਪਾਤਾ, ਇੱਥੇ ਸਿੰਘ ਪਾਤਾ, ਜਾਂ ਫਿਰ ਇੱਥੇ ਸਿੰਘ ਇੱਥੇ ਜਗਪ੍ਰੀਤ ਪਾਤਾ, ਗਲਤ ਕਰਤਾ, ਕੋਈ ਚੱਕਰ ਨਹੀਂ ਹੈਗਾ। ਉਹ ਤਾਂ ਤੁਹਾਨੂੰ ਸਪੈਸੀਫਿਕਲੀ ਇੱਕ ਹੋਰ ਹੈਂਡ ਓਵਰ ਕਰਨਗੇ ਕਿ ਤੁਸੀਂ ਜੋ ਡਿਟੇਲਸ ਨੇ ਉਹ ਗਲਤ ਨੇ, ਜਾਂ ਫਿਰ ਇਹਨੂੰ ਸੈੱਟ ਕਰ ਦਿਓ। ਤੁਸੀਂ ਉੱਥੇ ਜਾ ਕੇ ਕਰੈਕਟ ਵੀ ਕਰ ਸਕਦੇ ਹੋ, ਇੰਨੀ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ। ਦੈਨ ਤੁਸੀਂ ਜੇਕਰ ਇਸ ਨੂੰ ਪ੍ਰਿੰਟ ਵੀ ਕਰ ਸਕਦੇ ਹੋ, ਪ੍ਰਿੰਟ ਕਰਕੇ ਤੁਸੀਂ ਇਹਨੂੰ ਆਪਣੇ ਸੇਵ ਵੀ ਕਰ ਸਕਦੇ ਹੋ ਜੀ, ਕੋਈ ਵੀ ਐਗਜ਼ਾਮੀਨੇਸ਼ਨ ਡਿਟੇਲ। ਐਗਜ਼ਾਮ ਇਹ ਤੁਸੀਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉੱਪਰ ਆ ਜਾਏਗਾ, ਇਹ ਸਿਰਫ ਇੱਕ ਤਰ੍ਹਾਂ ਦਾ PDF ਫਾਰਮੈਟ ਆ ਜਾਏਗਾ ਜਿਹਦੇ 'ਚ ਸਾਰੀ ਡਿਟੇਲਸ ਮੈਂਸ਼ਨ ਹੋਣਗੀਆਂ। ਉਹੀ ਡਿਟੇਲਸ ਹਜੇ ਆਪਾਂ ਨੇ ਕੋਈ ਵੀ ਪੇਮੈਂਟ ਨਹੀਂ ਕੀਤੀ, ਸਾਰੀ ਡਿਟੇਲਸ ਮੈਂਸ਼ਨ ਹੁੰਦੀਆਂ। ਫਿਰ ਆਪਾਂ ਜੇ ਦੁਬਾਰਾ ਜਾਵਾਂਗੇ ਇਸ ਦੇ ਉੱਪਰ ਹੀ, ਤਾਂ ਐਡਿਟ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਕੋਈ ਵੀ ਗਲਤੀ ਰਹਿ ਗਈ ਹਨ, ਤੁਸੀਂ ਕੋਈ ਮਿਸਟੇਕ ਕਰਤੀ, ਤੁਸੀਂ ਇਹ ਚੀਜ਼ ਐਡਿਟ ਕਰ ਸਕਦੇ ਹੋ ਇਸ ਚੀਜ਼ ਤੋਂ ਜਾ ਕੇ। ਜੇਕਰ ਨਹੀਂ ਤਾਂ ਪ੍ਰੋਸੀਡ ਟੂ ਪੇ ਸਪੈਸੀਫਿਕਲੀ ਸਿੱਧਾ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਦੈਨ ਉਸ ਤੋਂ ਬਾਅਦ ਤੁਹਾਡਾ ਫਾਈਨਲ ਹੋ ਗਿਆ ਕਿ ਤੁਹਾਡਾ ਇੱਥੇ ਇਹ ਸੀਗਾ ਜੋ ਵੀ ਡਿਟੇਲਸ ਨੇ ਤੁਸੀਂ ਮੈਂਸ਼ਨ ਕਰ ਚੁੱਕੇ ਹੋ ਪਹਿਲਾਂ। ਟੈਸਟ ਡੇਟ ਕੀ ਹੋਏਗੀ, ਟੈਸਟ ਸਿਟੀ ਕੀ ਹੋਏਗੀ, ਟੈਸਟ ਟਾਈਪ ਕਿਸ ਤਰ੍ਹਾਂ ਦਾ ਹੋਏਗਾ, ਪੇਮੈਂਟ ਰੈਫਰੈਂਸ ਨੰਬਰ ਇੱਕ ਤਰ੍ਹਾਂ ਦਾ ਰੈਫਰੈਂਸ ਨੰਬਰ ਹੈ ਜਿਹੜਾ ਕਿ ਤੁਹਾਡੇ ਆਏਗਾ, ਕੋਡ ਵਗੈਰਾ, ਠੀਕ ਹੈ ਜੀ। ਤੁਹਾਡੇ ਜੇ ਤੁਸੀਂ ਇਸ ਤੋਂ ਪੇਮੈਂਟ ਕਰ ਸਕਦੇ ਹੋ। ਟੈਸਟ ਫੀਸ ਆਏਗੀ, ਉਹ ਟੈਸਟ ਫੀਸ ਦੀ ਮੈਂਸ਼ਨ ਹੋਏਗੀ 15,500 ਫਿਲਹਾਲ ਚੱਲ ਰਹੀ ਹੈ ਐਜ਼ ਆਫ 10/11/2022 ਦੇ ਅਕੋਰਡਿੰਗ। ਤੇ ਪੇਮੈਂਟ ਆਪਸ਼ਨ ਇਹ ਤੁਹਾਡੇ ਕੋਲ ਦੋ ਆਣਗੇ, ਆਨਲਾਈਨ ਪੇਮੈਂਟ ਕਰਨੀ ਹੈ ਜਾਂ ਫਿਰ ਨੈਟ ਬੈਂਕਿੰਗ UPI। ਮੈਂ ਤੁਹਾਨੂੰ ਪ੍ਰੈਫਰੇਬਲ ਕਰਾਂਗਾ ਕਿ UPI ਕਰਿਓ, ਕਿਉਂਕਿ ਅੱਜ ਕੱਲ੍ਹ ਮੋਸਟ ਆਫ ਦਾ ਪੀਪਲ ਸਾਰੇ ਹੀ ਲੋਕ UPI ਯੂਜ਼ ਕਰਦੇ ਨੇ ਤੇ ਕੋਈ ਵੀ ਚਾਰजेस ਨਹੀਂ ਲੱਗਦੇ। ਯੂਨੀਫਾਈਡ ਪੇਮੈਂਟ ਇੰਟਰਫੇਸ ਦਾ ਇੱਕ ਤਰ੍ਹਾਂ ਦਾ ਯੂਨੀਕ ਮੈਥਡ ਹੈ ਪੇਮੈਂਟ ਕਰਨ ਦਾ। ਜਿਵੇਂ ਤੁਸੀਂ ਮੋਸਟਲੀ ਦੇਖਿਆ ਹੈਗਾ ਕਿ ਸ਼ੋਪਸ ਦੇ ਉੱਤੇ ਜਾਂ ਫਿਰ ਤੁਸੀਂ ਕਿਸੇ ਵੱਡੇ ਸਟੋਰਸ ਦੇ ਉੱਤੇ ਤੁਸੀਂ UPI ਕਰ ਸਕਦੇ ਹੋ, ਉਸ ਤਰੀਕੇ ਨਾਲ ਇਹੀ ਕਰਿਓ। ਜੇਕਰ ਤੁਸੀਂ ਆਪਦੇ ਕਾਰਡ ਨਾਲ ਕਰਦੇ ਹੋ ਤਾਂ ਕੋਈ ਵੀ ਕਾਰਡ ਹੈ, ਮਾਸਟਰ ਵੀਜ਼ਾ ਕਾਰਡ ਹੈ, ਇਹ ਤੁਹਾਨੂੰ ਐਡੀਸ਼ਨਲ 150 ਰੁਪਈਆ 150 ਰੁਪੀਜ਼ ਚਾਰਜ ਕਰੇਗਾ। ਉਹ ਵੀ ਨੋਨ ਰਿਫੰਡੇਬਲ ਹੋਣਗੇ, ਭਾਵੇਂ ਤੁਹਾਡੇ ਕੱਟ ਜਾਣ ਜਾਂ ਫਿਰ ਨਾ ਕੱਟ ਜਾਣ, ਉਹ ਨੋਨ ਰਿਫੰਡੇਬਲ ਹੋਣਗੇ। ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ। ਸਿਰਫ ਇਹ ਜਿਹੜੀ ਹੈਗੇ ਨੇ ਇਹ ਮੈਥਡ ਨੇ HDFC ਦੁਆਰਾ ਪਾਵਰਡ ਕੀਤਾ ਜਾ ਰਿਹਾ ਹੈ, ICICI ਦੁਆਰਾ ਵੀ। ਇਹ ਜਿਹੜੇ ਬੈਂਕ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਬੈਸਟ ਬੈਂਕ ਨੇ Razorpay ਦੁਆਰਾ। ਬਟ ਮੈਂ ਪ੍ਰੈਫਰੇਬਲ ਕੀ ਕਰਾਂਗਾ ਕਿ ਤੁਸੀਂ ਇਹ ਸੈਕਸ਼ਨ ਛੱਡ ਦਿਓ ਐਂਡ ਤੁਸੀਂ ਆਪਦੇ ਬੈਂਕ ਦੇ ਵਿੱਚ ਸਬਮਿਟ ਕਰਾ ਕੇ ਆਪਦੇ ਪੈਸੇ ਜੋ ਵੀ ਹੈਗੇ ਨੇ ਤੁਸੀਂ ਉਹ ਚੀਜ਼ ਕਰਕੇ UPI ਬੈਸਟ ਕਰੋ। UPI ਵਾਸਤੇ ਤੁਸੀਂ ਪਾਵਰਡ ਬਾਈ HDFC ਕਰ ਸਕਦੇ ਹੋ ਜਾਂ ਫਿਰ Razorpay, ਦੈਟ ਡਸ ਨੋਟ ਮੈਟਰ। ਦੋਨੇ ਬੈਸਟ ਮੈਥਡ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਪੇ ਨਾਊ 'ਤੇ ਕਲਿੱਕ ਕਰ ਦੇਣਾ ਜੀ। ਪੇ ਨਾਊ 'ਤੇ ਕਲਿੱਕ ਕਰਨ ਤੋਂ ਬਾਅਦ ਦੈਨ ਇੱਕ ਹੋਰ ਤਰ੍ਹਾਂ ਤੁਹਾਡਾ ਆਏਗਾ ਜੀ ਇੱਕ ਤਰ੍ਹਾਂ ਦਾ ਇੰਟਰਫੇਸ। ਹੁਣ ਇਹਦੇ ਵਿੱਚ ਕੀ ਹੈ ਕਿ ਆਰਡਰ ਕਿਹੜਾ, ਜਿਵੇਂ ਤੁਹਾਨੂੰ ਰੈਫਰੈਂਸ ਨੰਬਰ ਕੀ ਹੈ ਉਹ ਚੀਜ਼ ਆਏਗਾ। ਰੈਫਰੈਂਸ ਨੰਬਰ ਤੋਂ ਬਾਅਦ ਆਰਡਰ ਅਮਾਊਂਟ ਕਿੰਨੀ ਹੈ ਉਹ ਚੀਜ਼ ਆ ਗਈ ਜੀ। ਐਂਡ ਸਪੈਸੀਫਿਕ ਤੁਸੀਂ ਇੰਨੀ ਅਮਾਊਂਟ ਦੇਣੀ ਹੈ। ਜੇ ਤੁਸੀਂ ਕਾਰਡ ਦੇ ਉੱਪਰ ਫਿਲ ਕਰਦੇ ਤਾਂ 15,500 ਤੋਂ ਲੈ ਕੇ 150 ਰੁਪੀਜ਼ ਜਿਹੜਾ ਹੋਰ ਐਕਸਟਰਾ ਚਾਰਜ ਹੁੰਦੇ ਤੁਹਾਨੂੰ। ਇਹ ਤਾਂ ਤੁਸੀਂ ਆਪਣੀ ਡਿਟੇਲਸ ਮੈਂਸ਼ਨ ਕਰਨੀਆਂ ਨੇ ਐਂਡ ਤੁਸੀਂ ਇੱਥੇ ਜਾ ਕੇ ICICI ਦਾ ਤੁਹਾਡਾ ਹੈਗਾ ਤਾਂ ਪੇਮੈਂਟ ਕਰ ਸਕਦੇ ਹੋ। ਇਹ ਤੁਹਾਡਾ ਹੈਗਾ ਪੇਮੈਂਟ ਦਾ ਮੈਥਡ, ਠੀਕ ਹੈ ਜੀ। ਜੇ ਤੁਸੀਂ ਪੇਮੈਂਟ ਵਗੈਰਾ ਕਰਤੀ, ਜੇਕਰ ਮੈਂ ਬੈਕ ਜਾਵਾਂ, ਤੁਸੀਂ ਪੇਮੈਂਟ ਵਗੈਰਾ ਸਾਰਾ ਕੁਝ ਕਰ ਦਿੱਤਾ, ਕਨਫਰਮੇਸ਼ਨ ਈਮੇਲ ਆਏਗੀ। ਓਕੇ, ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਕਨਫਰਮੇਸ਼ਨ ਈਮੇਲ ਆਏਗੀ। ਇਹ ਮੈਨੂੰ ਪਹਿਲਾਂ ਆਈ ਸੀ, ਠੀਕ ਹੈ ਜੀ। ਸਪੈਸੀਫਿਕਲੀ ਆਈਲੈਟਸ ਦੁਆਰਾ ਮੈਨੇਜ ਕੀਤਾ ਜਾਂਦਾ ਹੈ। ਇੱਥੇ ਮੇਰਾ ਮੈਂਸ਼ਨ ਨਾਮ ਹੋਏਗਾ ਜੀ। ਦੈਨ ਮੈਂ ਕੋਈ ਵੀ ਜਿਹੜਾ ਲਿਸਨਿੰਗ, ਰੀਡਿੰਗ ਤੇ ਰਾਈਟਿੰਗ ਟੈਸਟ ਹੋਏਗਾ ਕਿਸੇ ਡੇਟ ਤੋਂ, ਜਿਵੇਂ ਮੈਂ ਤੁਹਾਨੂੰ 19 ਨਵੰਬਰ ਨੂੰ ਸਿਲੈਕਟ ਕੀਤਾ ਸੀ, ਉੱਥੇ ਮੈਂ ਇੱਥੇ ਆ ਜਾਏਗਾ ਸਪੈਸੀਫਿਕਲੀ। ਤੇ ਇਹਨਾਂ ਨੇ ਸਪੈਸੀਫਿਕਲੀ ਇੱਥੇ ਥੋੜ੍ਹਾ ਜਿਹਾ ਕੁਛ ਲਿਖਿਆ ਹੁੰਦਾ, ਤੁਸੀਂ ਇਹ ਜ਼ਰੂਰ ਪੜ੍ਹਨਾ ਹੈ ਕਿ ਯੂਰ ਕੈਂਡੀਡੇਟ ਲੌਗਇਨ ਸੈਕਸ਼ਨ ਇਜ਼ ਐਕਟਿਵ ਨਾਓ। ਤੁਹਾਡਾ ਕੈਂਡੀਡੇਟ ਲੌਗਇਨ ਐਕਟਿਵ ਹੈ। ਦੈਨ ਤੁਹਾਡਾ ਯੂਜ਼ਰ ਨੇਮ ਜਿਹੜਾ ਉਹ ਇਹ ਯੂਜ਼ਰ ਨੇਮ ਹੋਏਗਾ, ਇੱਕ ਤਰ੍ਹਾਂ ਦਾ ਤੁਹਾਡੇ 3 ਕੈਪੀਟਲ ਲੈਟਰ ਜਿਹੜੇ ਹੋਣਗੇ ਨਾਮ ਦੇ ਉਹ ਆ ਕੇ, ਐਂਡ ਤੁਹਾਡਾ ਬਾਅਦ ਦੇ ਵਿੱਚ ਤੋਂ ਕੁਛ ਕੁ ਨੰਬਰਸ ਆਉਣਗੇ ਇਹਦੇ। ਉਸ ਤੋਂ ਬਾਅਦ ਤੁਸੀਂ ਇੱਕ ਤਰ੍ਹਾਂ ਦਾ ਪਾਸਪੋਰਟ ਕ੍ਰੀਏਟ ਕਰਨਾ ਹੈ। ਤੁਸੀਂ ਜਦੋਂ ਯੂਜ਼ਰ ਨੇਮ, ਜਦੋਂ ਤੁਹਾਨੂੰ ਇਹ ਆ ਗਿਆ, ਇਹ ਚੀਜ਼ ਆ ਗਈ ਤੁਹਾਡੇ ਕੋਲ ਕਨਫਰਮੇਸ਼ਨ, ਦੈਨ ਤੁਸੀਂ
ਤੁਹਾਡੇ ਕੋਲ ਇਹੋ ਜਿਹੀ ਕਨਫਰਮੇਸ਼ਨ ਆ ਗਈ, ਠੀਕ ਹੈ ਜੀ, ਦੈਨ ਤੁਸੀਂ ਇੱਥੇ ਜਾਣਾ ਹੈ ਐਂਡ ਲੌਗਇਨ ਟੂ ਕੰਟੀਨਿਊ ਕਰਨਾ ਹੈ। ਇਹ ਤੁਹਾਡਾ ਯੂਜ਼ਰ ਨੇਮ ਹੋਏਗਾ, ਠੀਕ ਹੈ ਜੀ, ਜਿਵੇਂ ਯੂਜ਼ਰ ਨੇਮ ਮੇਰਾ ਜੋ ਵੀ ਹੈ, ਠੀਕ ਹੈ ਜੀ, ਕੋਈ ਵੀ ਚੀਜ਼ ਆਇਆ ਤਾਂ ਮੈਂ ਇਹਦਾ ਪਾਸਵਰਡ ਕ੍ਰੀਏਟ ਕਰਨਾ ਹੈ। ਤਾਂ ਪਹਿਲਾਂ ਫੋਰਗੇਟ ਪਾਸਵਰਡ ਕਰਾਂਗਾ, ਦੈਨ जो ਤੁਹਾਡਾ ਕੈਂਡੀਡੇਟ ਨੰਬਰ ਆ ਗਿਆ ਤੁਹਾਡੇ ਕੋਲ ਯੂਜ਼ਰ ਨੇਮ ਇਹ ਆ ਜਾਏਗਾ, ਠੀਕ ਹੈ ਜੀ। ਸਪੈਸੀਫਿਕਲੀ ਜਦੋਂ ਤੁਹਾਡੇ ਕੋਲ ਕਨਫਰਮੇਸ਼ਨ ਆ ਗਈ ਤੁਹਾਡੀ ਈਮੇਲ ਆਈਡੀ ਤੇ, ਦੈਨ ਤੁਹਾਨੂੰ ਲੌਗਇਨ ਜਦੋਂ ਤੁਸੀਂ ਕਰਨਾ ਹੈ, ਤੁਸੀਂ ਇਸ ਚੀਜ਼ ਦੇ ਤੁਸੀਂ ਕਰ ਸਕਦੇ ਹੋ ਕੈਂਡੀਡੇਟ ਲੌਗਇਨ ਆਇਲਸ ਤੁਸੀਂ ਭਰ ਸਕਦੇ ਹੋ। ਤਾਂ ਜਿਹੜੀ ਪਹਿਲੀ ਵੈਬਸਾਈਟ ਹੋਏਗੀ ਤੁਸੀਂ ਵਿਜ਼ਿਟ ਕਰਕੇ ਇਹ ਕੈਂਡੀਡੇਟ ਲੌਗਇਨ ਆ ਜਾਏਗਾ ਜੀ ਤੁਹਾਡਾ। ਦੈਨ ਯੂਜ਼ਰ ਨੇਮ ਜੋ ਤੁਹਾਡਾ ਕਨਫਰਮੇਸ਼ਨ 'ਚ ਆਇਆ ਜੀ ਉਹ ਤੁਸੀਂ ਇੱਥੇ ਫਿਲ ਆਊਟ ਕਰਨਾ ਹੈ, ਜਿਵੇਂ ਮੈਂ ਫਿਲ ਆਊਟ ਕਰ ਦਾਂਗਾ। ਐਂਡ ਜੋ ਪਾਸਪੋਰਟ ਹੋਏਗਾ ਕ੍ਰੀਏਟ ਕਰਨ ਲਈ, ਜੋ ਤੁਸੀਂ ਤੁਸੀਂ ਆਪਦਾ ਸਪੀਕਿੰਗ ਦਾ ਮੋਡਿਊਲ ਦੇਖ ਸਕਦੇ ਹੋ ਵੀ ਕਦੋਂ ਹੈ, ਸਾਰੀ ਅਪਡੇਸ਼ਨ ਹਰੇਕ ਤਰ੍ਹਾਂ ਦੀ ਅਪਡੇਸ਼ਨ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। ਉਹ ਕਰਨ ਦੇ ਲਈ ਤੁਸੀਂ ਪਾਸਪੋਰਟ ਨੂੰ ਫੋਰਗੇਟ ਕਰਨਾ ਹੈ। ਪਹਿਲਾਂ ਤੁਸੀਂ ਫੋਰਗੇਟ ਕਰੋਗੇ ਪਾਸਪੋਰਟ, ਦੈਨ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਮੈਂਸ਼ਨ ਕਰ, ਇੱਥੇ ਸਾਰਾ ਕੁਝ ਮੈਂਸ਼ਨ ਕਰਕੇ ਉਹਨਾਂ ਨੇ ਸਪੈਸੀਫਿਕਲੀ ਕਿ ਜੇ ਤੁਸੀਂ PDF ਓਪਨ ਕਰਨੀ ਹੈ ਜਾਂ ਫਿਰ ਤੁਸੀਂ ਇਹਦਾ ਪਾਸਵਰਡ ਓਪਨ ਕਰਨਾ ਹੈ, ਤੁਹਾਡੇ 4 ਲੈਟਰਸ ਹੋਣਗੇ ਗਿਵਨ ਨੇਮ ਦੇ ਐਂਡ ਡੇਟ ਆਫ ਬਰਥ ਹੋਏਗੀ, ਜਿਵੇਂ ਇੱਕ ਇਹਨਾਂ ਨੇ ਦੇ ਰੱਖਿਆ ਕਿ ਜੇਕਰ ਸੁਰਿੰਦਰ ਕੁਮਾਰ ਗਾਂਧੀ ਹੈ ਐਂਡ ਡੇਟ ਆਫ ਬਰਥ ਇਸ ਵਨ ਨੇ, ਤਾਂ ਇਸ ਡਾਕੂਮੈਂਟ ਨੂੰ ਓਪਨ ਕਰਨ ਲਈ ਤੁਹਾਡਾ ਹੋਏਗਾ ਕਿ SURE 4 ਅੱਖਰੇ ਦੇ ਜੋ ਹੈਗੇ ਨੇ 4 ਲੈਟਰਸ ਨੇ ਫਰੰਟ ਵਾਲੇ, ਦੈਨ ਸਿਓਰ ਪਾ ਕੇ, ਦੈਨ 0961 ਐਂਡ 1984 ਸਪੈਸੀਫਿਕਲੀ ਇਹਦਾ ਡੇਟ ਆਫ ਬਰਥ ਹੋਏਗਾ ਬੈਕ ਦੇ ਵਿੱਚ, ਜਿਵੇਂ ਤੁਸੀਂ ਦੇਖ ਸਕਦੇ ਹੋ 0906 1984 ਐਂਡ ਸ਼ੋਰ ਇਹਦੇ ਸਪੈਸੀਫਿਕਲੀ ਨੰਬਰਸ ਨੇ, ਸੌਰੀ ਵਰਡਸ ਨੇ ਇਹਦੇ ਨਾਮ ਦੇ। ਐਂਡ ਇਸ ਨੂੰ ਖੋਲ੍ਹਣ ਤੋਂ ਬਾਅਦ ਐਵੇਂ ਹੀ ਸਿੰਪਲ ਇਹ ਹੋ ਜਾਏਗਾ। ਜਦੋਂ ਫੋਰਗੇਟ ਕਰੋਗੇ ਪਾਸਵਰਡ ਤਾਂ ਤੁਸੀਂ ਇਹ ਚੀਜ਼ ਕਰਕੇ ਫੋਰਗੇਟ ਕਰਨ ਤੋਂ ਬਾਅਦ ਇਹ ਡੇਟ ਆਫ ਇਹ ਮੈਂਸ਼ਨ ਕਰਕੇ ਆਪਦਾ 4 ਲੈਟਰਸ ਐਂਡ ਦੈਨ ਡੇਟ ਆਫ ਬਰਥ ਬਾਅਦ ਤੁਸੀਂ ਆਪਦਾ ਪਾਸਪੋਰਟ ਰੀਸੈਟ ਕਰ ਸਕਦੇ ਹੋ। ਸੋ ਇਹ ਸੀ ਤੁਹਾਡਾ ਟੈਸਟ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਹੋਈ, ਐਂਡ ਤੁਹਾਡੇ ਕਨਫਰਮੇਸ਼ਨ ਜਦੋਂ ਆਏਗੀ ਉਦੋਂ ਤੁਹਾਡਾ ਟੈਸਟ ਸਪੈਸੀਫਾਈ ਹੋਏਗਾ ਕਿ ਤੁਹਾਡਾ ਟੈਸਟ ਮਤਲਬ ਕਿ ਬੁੱਕ ਹੋ ਚੁੱਕਾ ਹੈ। ਤਾਂ ਤੁਸੀਂ ਮਸਟ ਹੈ ਇਹ ਚੀਜ਼ ਜ਼ਰੂਰ ਕਲੀਅਰ ਕਰਿਓ, ਜਿਸ ਤੋਂ ਵੀ ਪੁਰਾਣੀ ਹੈ ਫਿਰ ਤੁਸੀਂ ਜੇਕਰ ਆਪ ਫਿਲ ਕਰ ਰਹੇ ਹੋ ਤਾਂ ਮਸਟ ਦੇਖਿਓ ਕਿ ਤੁਹਾਡਾ ਈਮੇਲ ਆਈਡੀ ਐਂਡ ਨੇਮ ਜੋ ਪਾਸਪੋਰਟ ਈਮੇਲ ਆਈਡੀ ਤੁਹਾਡੀ ਮੇਨ ਹੋਣੀ ਚਾਹੀਦੀ ਹੈ। ਤੇ ਬਾਕੀ ਕੋਈ ਵੀ ਗਲਤੀ ਹੋਈ ਤੁਸੀਂ ਉਹ ਵੀ ਬਾਅਦ ਦੇ ਵਿੱਚ ਵੀ ਤੁਸੀਂ ਸਿਲੈਕਟ ਕਰਕੇ ਜਾਂ ਫਿਰ ਕੋਈ ਵੀ ਸਹੀ ਕਰ ਸਕਦੇ ਹੋ, ਬਟ ਈਮੇਲ ਮਸਟ ਤੁਸੀਂ ਧਿਆਨ ਰੱਖਿਓ ਕਿਉਂਕਿ ਇਹਦੇ ਤੇ ਕਨਫਰਮੇਸ਼ਨ ਆਏਗੀ, ਸਾਰਾ ਕੁਝ ਇਹਦੇ ਤੇ ਹੀ ਆਏਗਾ। ਜੋ ਤੁਸੀਂ ਕੈਂਡੀਡੇਟ ਲੌਗਇਨ ਹੋਏਗਾ ਇਹਦੇ ਤੇ ਜਾ ਕੇ ਤੁਸੀਂ ਯੂਜ਼ਰ ਨੇਮ ਐਂਡ ਪਾਸਪੋਰਟ ਕਰੋਗੇ, ਇੱਥੋਂ ਤੁਸੀਂ ਆਪਦਾ ਇਸ ਪੋਰਟਲ ਤੋਂ ਅੱਗੇ ਜਦੋਂ ਤੁਸੀਂ ਸਬਮਿਟ ਕਰੋਗੇ ਦੈਨ ਅੱਗੇ ਅਪਡੇਸ਼ਨ ਚੈੱਕ ਕਰ ਸਕਦੇ ਹੋ ਰਿਗਾਰਡਿੰਗ ਤੁਹਾਡੀ ਸਪੀਕਿੰਗ ਦੇ, ਤੁਹਾਡੇ TRF ਦੇ। ਜੇਕਰ ਹਜੇ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਦਾ ਮੈਂਸ਼ਨ ਕਰ ਸਕਦੇ ਹੋ, ਤਾਂ ਮੈਂ ਜ਼ਰੂਰ ਟਰਾਈ ਕਰਾਂਗਾ ਕਿ ਬੈਕ ਟ੍ਰਾਂਸਫਰ ਦੇਵਾਂ ਉਸ ਚੀਜ਼ ਦਾ। ਜੇਕਰ ਤੁਹਾਨੂੰ ਇਹ ਵੀਡੀਓ ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜੇ ਹਜੇ ਵੀ IELTS ਕਿਵੇਂ ਫਿਲ ਆਊਟ ਕਰਨਾ ਹੈ ਆਨਲਾਈਨ ਉਸ ਦੇ ਬਾਰੇ ਕੋਈ ਵੀ ਕਨਫਿਊਜ਼ਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਮੈਂ ਉਸ ਦੀ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਤਾਂ ਮਿਲਦੇ ਜੀ ਅਗਲੀ ਵੀਡੀਓ 'ਚ। ਥੈਂਕਸ ਫॉर ਵਾਚਿੰਗ।